ਜਿਹੜੇ ਮਰੱਬਿਆਂ ਦੇ ਵਾਰ ਸੀਗੇ ਤੇ ਮਰਲਿਆਂ ਦੇ ਮਾਲਕ ਰਹਿ ਗਏ, ਉਹਨਾਂ ਲਈ ਆਜ਼ਾਦੀ ਉਨਾ ਹੀ ਮਹੱਤਵ ਰੱਖਦੀ ਹੈ ਜਿੰਨਾ ਕਿ ਬਾਕੀ ਇਸ ਹਿੰਦ ਦੇ ਵਾਰਸਾਂ ਲਈ ਰੱਖਦੀ ਹੈ। ਇੱਕ ਪਾਸੇ ਕੱਲ 15 ਅਗਸਤ ਨੂੰ ਆਜ਼ਾਦੀ ਦੇ ਜਸ਼ਨ ਮਨਾਏ ਜਾਣਗੇ, ਦੂਜੇ ਪਾਸੇ ਪੰਜਾਬ ਦੇ ਅੰਦਰ 10,000 ਲੋਕ ਘੱਟ ਤੋਂ ਘੱਟ ਉਹਨਾਂ ਦਾ ਕਤਲੋਗਾਰਤ ਹੋਇਆ, ਉਹਨਾਂ ਦੀਆਂ ਇੱਜ਼ਤਾਂ ਗਈਆਂ, ਲੁੱਟ ਖੋਹ ਹੋਈ। ਅੱਜ ਤੱਕ ਜਿਹੜੇ ਉਹਨਾਂ ਦੇ ਜ਼ਖਮ ਹੱਲੇ ਆ ਉਹ ਭੁਲਾ ਨਹੀਂ ਸਕੇ। ਅੱਜ ਫੇਰ ਉਹ ਜਿਹੜੇ ਬਜ਼ੁਰਗ ਆ, ਕੋਈ ਇੱਧਰ ਉੱਧਰ ਬੈਠਾ, ਆਪਾਂ ਜਦੋਂ ਕਿਤੇ ਕੋਈ ਮਿਲਦਾ 75 ਸਾਲ ਬਾਅਦ ਉਹ ਕਿਵੇਂ ਗੱਲ ਲੱਗ ਕੇ ਰੋਂਦੇ ਆ। ਅਸੀਂ ਇਹ ਲੰਗੜਾ ਪੰਜਾਬ ਨਹੀਂ ਸੀ ਮੰਗਿਆ ਸਾਡੇ ਲੋਕਾਂ ਨੇ, ਅਸੀਂ ਪੰਜਾਬੀ ਬੋਲਦੇ ਇਲਾਕੇ ਮੰਗਦੇ ਸੀ, ਅਸੀਂ ਪੰਜਾਬ ਮੰਗਦੇ ਸੀ। ਸਾਡੇ ਗਲਾਂ 'ਚ ਟਾਇਰ ਪਾ ਕੇ ਫੂਕੇ, ਸਾਡੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਰੋਲੀਆਂ ਔਰ ਇਨਕਾਊਂਟਰ ਕਰਾਏ ਸਾਡੇ ਸੜਕਾਂ ਦੇ ਚੁਰਾਹਿਆਂ ਦੇ ਉੱਤੇ। ਅੱਜ ਤੱਕ ਸਰਕਾਰਾਂ ਸਾਨੂੰ ਇਹ ਨਹੀਂ ਗਿਣਤੀ ਕਰ ਸਕੀਆਂ ਕਿ ਪੰਜਾਬ ਦੇ ਕਿੰਨੇ ਨੌਜਵਾਨ ਹੈ ਜਿਹੜੇ ਅਸੀਂ ਮਕਾ ਕੇ ਖਪਾ ਦਿੱਤੇ ਹੈ, ਇੱਕ ਸਾਡੀ ਨਸਲ ਖਪਾ ਦਿੱਤੀ ਹੈ ਸਰਕਾਰਾਂ ਨੇ। ਸਾਨੂੰ ਸ਼ਹੀਦਾਂ ਦਾ ਦਰਜਾ ਨਹੀਂ ਦਿੱਤਾ, ਸਿਰਫ ਉਹਨਾਂ ਦੇ ਜਿਸ ਦਿਨ ਸ਼ਹੀਦੀ ਜਾਂ ਜਨਮ ਦਿਨ ਹੁੰਦਾ ਸਿਰਫ ਫੁੱਲ ਲੈ ਕੇ ਹੀ ਉਹਨਾਂ ਤੱਕ ਪਹੁੰਚਿਆ ਜਾਂਦਾ, ਅਸਲ ਗੱਲ ਤੱਕ ਨਹੀਂ ਪਹੁੰਚਾਇਆ ਜਾਂਦਾ। ਅਸੀਂ ਅੱਜ ਵੀ ਗੁਲਾਮ ਹਾਂ, ਸਾਨੂੰ ਗੁਲਾਮੀ ਦਾ ਅਹਿਸਾਸ ਬਾਰ-ਬਾਰ ਕਰਵਾਇਆ ਜਾਂਦਾ। ਕਿ ਜੋ ਪੰਜਾਬ ਨੇ ਆਪਣੀ ਵੰਡ ਕਰਵਾਉਣ ਤੋਂ ਬਾਅਦ ਜੋ ਆਪਣਾ ਹਾਲ ਕੀਤਾ, ਜੋ ਹਸ਼ਰ ਕੀਤਾ, ਉਸ ਤੋਂ ਬਾਅਦ ਉਹਦੇ ਨਾਲ ਕੀਤੇ ਗਏ ਸਮੇਂ ਦੀ ਸਰਕਾਰਾਂ ਨੇ ਵਾਅਦੇ ਵਫਾ ਕੀਤੇ। ਦੇਸ਼ ਦਾ ਪ੍ਰਧਾਨ ਮੰਤਰੀ ਮਣੀਪੁਰ ਦੇ ਉੱਪਰ ਆਪਣਾ ਬਿਆਨ ਦੇਣ ਤੋਂ ਵੀ ਝਿਜਕਦਾ। ਉਹ ਇਹ ਗੱਲ ਕਹਿੰਦਾ ਕਿ ਕੋਈ ਲੋੜ ਨਹੀਂ ਹੈਗੀ, ਲੇਕਿਨ ਉਹ ਮਨ ਕੀ ਬਾਤ ਤਾਂ ਕਰਦਾ, ਲੇਕਿਨ ਉਹ ਹੋਰ ਸਾਰੇ ਮਸਲੇ ਕਰਦਾ। ਨਿੱਕੀ ਨਿੱਕੀ ਗੱਲ ਪਾਰਟੀ ਫਾਰਮ ਦੇ ਉੱਤੇ ਹੋਵੇ ਉਹਦਾ ਉਹ ਜਵਾਬ ਦਿੰਦਾ, ਲੇਕਿਨ ਇੱਕ ਵੱਡੀ ਹਿੰਸਾ ਹੋਈ ਉਹਦੇ ਉੱਤੇ ਉਹਨੇ ਜਵਾਬ ਨਹੀਂ ਦਿੱਤਾ। ਸਿਰਫ ਤੇ ਸਿਰਫ ਵੋਟ ਪੋਲਿਟਿਕਸ ਜਿਹੜੀ ਹੈ ਉਹਨੂੰ ਅਹਿਮੀਅਤ ਦਿੱਤੀ ਜਾ ਰਹੀ ਕਿ ਵੋਟ ਕਿਵੇਂ ਪ੍ਰਾਪਤ ਕਰਨੀ, ਉਹਨੂੰ ਕੈਪਚਰ ਕਿਵੇਂ ਕਰਨਾ। ਸੋ ਇਹ ਜਿਹੜੀ ਹੈ ਸਾਡੇ ਇਹਦੇ ਲਈ ਅਸੀਂ ਖੁਦ ਜਿਹੜੇ ਆਮ ਲੋਕ ਜਿਹੜੇ ਉਹ ਵੀ ਜ਼ਿੰਮੇਵਾਰ ਆ ਬਰਾਬਰ ਦੇ। ਅਸੀਂ ਦੇਖੋ, ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਦੇਸ਼ ਆਜ਼ਾਦ ਦਾ ਇੱਕ ਬੈਨਰ ਜ਼ਰੂਰ ਬਣ ਗਿਆ ਕਿ ਅਸੀਂ ਆਜ਼ਾਦ ਹੋ ਗਏ ਹਾਂ, ਪਰ ਸਾਡੇ ਅੰਦਰ ਜਿਹੜੀ ਗੁਲਾਮੀ ਹੈ ਉਹ ਉਸੇ ਤਰੀਕੇ ਨਾਲ ਹੀ ਸਾਨੂੰ ਡਰਾਇਆ, ਧਮਕਾਇਆ, ਘੱਟ ਗਿਣਤੀ। ਔਰ ਇਹ ਗੱਲ ਹੈ ਕਿ ਟਾਈਟਲਰ ਨੇ ਆਪ ਦੇ ਮੂੰਹੋਂ ਕਬੂਲਿਆ ਕਿ ਅਸੀਂ 100 ਸਿੱਖ ਮਾਰਤੇ ਤਾਂ ਫਿਰ ਕੀ ਹੋ ਗਿਆ। और इतों तक भी बयान आए कि जब कोई बड़ा पेड़ गिरता है धरती हिलती है। शरेआम जिहड़ा है गलों के टायर पा के बंदियां नूं जिउंदे साड़ दिता गया। उस तो बाद उही पार्टी दे बंदियां नूं वड्डे वड्डे अहुदियां दे नाल नवाजदी है। तो ये की जख्मां दे उत्ते लूण भुक्कण वाली गल नहीं। मैं कहना जे कोई पिछले घाटा रही ने गलतियां हुई ने ਉਹਦੇ ਲਈ ਅਸੀਂ हमेशा साडा सिर भी झुकदा रहूगा क्योंकि वो एक एडा बड़ा जिहड़ा 84 दी मैं भी उन्होंने नस्लकुशी कहना जिहड़ी वो नस्लकुशी सी हमेशा साडा सिर झुकदा है। ये बिल्कुल गलत गल है। कांग्रेस ने अज तक ना किसी दोषी नूं पार्टी चों बाहर कढिया ना बाहर दा रस्ता दिखाया। दूसरी गल अज जिहड़ी बगानगी दी गल है तुसीं देखो जे साडे नौजवान और जे गल करिए कांग्रेस सरकार दी इंदिरा गांधी का कतल हुंदा मौके दी प्रधानमंत्री का तो साडे गलां 'च टायर पा के सानू को के साड़िया जांदा। सड़कां दे उत्ते गलां दे विच टायर पाए जांदे, साडीआं भैणां दे कपड़े ला के सड़कां ते नचाया जांदा। और राजीव गांधी का कतल हुंदा तां ओहदे लई उदण एक भी कतल नहीं हुंदा। एक ने कि अच्छे दिन आउणगे ते हले तक अच्छे दिन नहीं आए हैगे। लोग जीना तो कच्छे वाले जरूर हो गए पर अच्छे दिन नहीं आए हैगे। लोगों के कपड़े तक भी विक गए। मैनू कहण तो कोई ग्रेज नहीं है पर तुसी जे अगर अज उन्हां दी इस गल तो हमायत कर रहे हो, हम ही भर रहे हो कि नहीं बहुत चंगे दिन आने वाले है। ना तो किसानी दे आए, ना जवानी दे आए, ना नौजवानी दे आए है। प्यास की शिद्दत प्यासे नूं इउं पानी दा वर दिंदी है। पर्बत सुके रह जाते ने पर झीलां भर दिंदी है। अपनी पीड़ पराए हासे सब नूं वड्डे लगदे ने। कुदरत है पर धुप्पां छावां ऐन बराबर दिंदी है। सत श्री अकाल, तुसीं वेख रहे हो रोज़ाना स्पोक्समैन। मैं नवजोत सिंह धालीवाल दी स्पोक्समैन डिबेट च अज पंजाब दे उस जख्म की गल करांगे जिहड़े हले भी अल्ले ने, जिन्हां दे दाग हले भी उवें ने, जिन्हां दे छावें परछावें हले भी उवें ने। ये संताप, ये दुख वंड दा है, ये दुख हिजरत दा है, ये दुख प्रवास दा है। भावां के भलक नूं आज़ादी दे जशन मुल्क भर दे विच मनाए जा रहे होणगे, हुणी तो तैयारियां भी शुरू हो गईयां, पर पंजाब पंजाबीयत
ਖਾਸ ਕਰਕੇ ਪਾਕਿਸਤਾਨ ਨੂੰ ਛੱਡ ਕੇ ਆਏ ਜਾਂ ਉਧਰੋਂ ਇੱਧਰ ਗਏ ਇੱਧਰੋਂ ਉੱਧਰ ਗਏ, ਉਹਨਾਂ ਲੋਕਾਂ ਨੂੰ ਪੁੱਛਣ ਵਾਲਾ ਕਿ ਵਾਕਿਆ ਹੀ ਉਹ ਇਸ ਆਜ਼ਾਦੀ ਨੂੰ ਉਸੇ ਤਰੀਕੇ ਮਾਣਦੇ ਆ ਜਿਹੜੇ ਮਰੱਬਿਆਂ ਨੂੰ ਛੱਡ ਕੇ ਮਰਲਿਆਂ ਦੇ ਮਾਲਕ ਬਣ ਕੇ ਰਹਿ ਗਏ ਆ। ਜਿਹੜੇ ਲੋਕਾਂ ਨੇ ਵੱਢ ਟੁੱਕ ਹੰਢਾਈ, ਜਿਹੜੇ ਲੋਕਾਂ ਨੇ ਘਰ ਗਵਾਏ, ਜਿਨ੍ਹਾਂ ਨੇ ਆਪਣੇ ਧੀਆਂ ਪੁੱਤ ਗਵਾਏ, ਜਿਨ੍ਹਾਂ ਨੇ ਪੱਤ ਗਵਾਈ, ਜਿਨ੍ਹਾਂ ਨੇ ਸਭ ਕੁਝ ਗਵਾਇਆ, ਉਹਨਾਂ ਨੂੰ ਇਹ ਆਜ਼ਾਦੀ ਕਿਵੇਂ ਲੱਗਦੀ ਹੈ, ਇਹ ਵੀ ਇਹ ਜਸ਼ਨਾਂ ਦੇ ਮੌਕੇ ਪੁੱਛਣਾ ਜ਼ਰੂਰੀ ਹੁੰਦਾ ਹੈ। ਤੇ ਖਾਸ ਕਰਕੇ ਜਦੋਂ ਡਿਸਕ੍ਰਿਮੀਨੇਸ਼ਨ ਦਾ ਸਾਹਮਣਾ ਕਰਨਾ ਪਵੇ, ਜਦੋਂ ਅਹਿਸਾਸ ਅਜਿਹਾ ਕਰਵਾਇਆ ਜਾ ਰਿਹਾ ਹੋਵੇ, ਜਦੋਂ ਤੁਹਾਨੂੰ ਵੱਖਰੇ ਤਰ੍ਹਾਂ ਨਾਲ ਟਰੀਟ ਕੀਤਾ ਜਾਂਦਾ ਹੋਵੇ, ਫਿਰ ਇਹ ਸਵਾਲ ਉਪਜਦੇ ਹੈ ਕਿ ਉਹਨਾਂ ਲਈ ਆਜ਼ਾਦੀ ਦੇ ਕੀ ਮਾਇਨੇ ਹੈ। ਕਿਉਂਕਿ ਬਹੁਤ ਸਾਰੀਆਂ ਘਟਨਾਵਾਂ ਨੇ, ਕੁਝ ਘਟਨਾਵਾਂ ਤੁਹਾਡੇ ਨਾਲ ਸਕਰੀਨ ਤੇ ਵੀ ਸਾਂਝੀਆਂ ਕਰਦੇ ਹਾਂ, ਬਹੁਤੀ ਪਿੱਛੇ ਤਾਂ ਨਹੀਂ ਜਾਵਾਂਗੇ, ਪਰ ਗੱਲ ਇਹ ਹੈ ਜਦੋਂ 47 ਦੀ ਤਕਸੀਮ ਹੋਈ, ਵੱਡਾ ਹਿੱਸਾ ਪੰਜਾਬ ਦਾ ਵੰਡਿਆ ਗਿਆ ਜਾਂ ਬੰਗਾਲ ਦਾ ਵੰਡਿਆ ਗਿਆ। 66 ਦੀ ਤਕਸੀਮ ਹੋਈ, ਪੰਜਾਬ ਨੇ ਹਰਿਆਣੇ ਨੂੰ ਭੂਮੀ ਦਿੱਤੀ, ਹਿਮਾਚਲ ਨੂੰ ਭੂਮੀ ਦਿੱਤੀ, ਤੇ ਆਪ ਭੂਮੀਹੀਣ ਪੰਜਾਬ ਜਿਹੜਾ ਹੈ ਉਹ ਆਪਣੀ ਰਾਜਧਾਨੀ ਤੋਂ ਵੀ ਆਵਾਜ਼ਾਰ ਹੋ ਗਿਆ। ਉਸ ਤੋਂ ਬਾਅਦ ਫਿਰ ਪੰਜਾਬ ਨੇ ਇੱਕ ਦੌਰ ਹੰਢਾਇਆ, ਮਿਲੀਟੈਂਸੀ ਦਾ ਦੌਰ, ਜਿਸ ਨੂੰ ਕਾਲਾ ਦੌਰ ਕਿਹਾ ਗਿਆ। ਮੁੜ ਤੋਂ ਪੰਜਾਬੀਆਂ ਦੇ, ਸਿੱਖਾਂ ਦੇ ਮੁਕੱਦਸ ਸਥਾਨ ਦੇ ਉੱਤੇ ਟੈਂਕਾਂ, ਤੋਪਾਂ, ਗੋਲਿਆਂ ਦੇ ਨਾਲ ਸਮੇਂ ਦੀ ਸਰਕਾਰ ਨੇ ਜਿਵੇਂ ਅੰਨ੍ਹੇਵਾਹੀ ਢਾਈ, ਤੇ ਉਸ ਤੋਂ ਬਾਅਦ ਮੁੜ ਫੇਰ ਜ਼ਖਮ ਜਿਹੜੇ ਆ ਉਹ ਹਰੇ ਹੋ ਜਾਂਦੇ ਆ। ਸਮਾਂ ਹੀਲ ਕਰਦਾ ਹੈ, ਪਰ ਕੋਈ ਨਾ ਕੋਈ ਅਜਿਹੀ ਚੀਜ਼ ਹੋ ਜਾਂਦੀ ਹੈ। ਹਾਲ ਹੀ ਦੇ ਵਿੱਚ ਵਾਪਰੀਆਂ ਘਟਨਾਵਾਂ, ਪੰਜਾਬ ਦੇ ਵਿੱਚ ਜਦੋਂ ਸਿੱਖ ਰਾਜ ਦੀ ਡਿਮਾਂਡ ਕੀਤੀ ਜਾਂਦੀ ਹੈ ਤਾਂ NSA ਮਿਲਦਾ ਹੈ, ਤੇ ਜਦੋਂ ਕੋਈ ਹਿੰਦੂ ਰਾਸ਼ਟਰ ਦੀ ਗੱਲ ਕਰਦਾ ਤੇ ਉਹਨਾਂ ਨੂੰ ਫੁੱਲਾਂ ਦੇ ਹਾਰ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਤਾਂ ਅਜਿਹੀ ਗੱਲ ਕਿਉਂ? ਤੇ ਫਿਰ ਸਵਾਲ ਉਪਜਦਾ ਹੈ, ਜੇ ਹਿੰਦੂ ਰਾਸ਼ਟਰ ਮੰਗ ਸਕਦਾ ਹੈ ਤੇ ਸਿੱਖ ਰਾਜ ਕਿਉਂ ਨਹੀਂ? ਪਰ ਗੱਲ ਇਹ ਹੈ ਕਿ ਇੱਕ ਰਾਜ ਦੇ ਵਿੱਚ ਹੀ ਇੱਕ ਚੰਗਾ ਸੁਨਹਿਰਾ ਮਾਹੌਲ ਕਿਉਂ ਨਹੀਂ ਕ੍ਰੀਏਟ ਕੀਤਾ ਜਾਂਦਾ? ਕਿਉਂ ਅਜਿਹੀ ਫਿਰਕੂ ਭਾਵਨਾ ਜਿਹੜੀ ਹੈ ਉਹ ਪੈਦਾ ਕੀਤੀ ਜਾਂਦੀ ਹੈ? ਪੰਜਾਬ ਦੇ ਸ਼ਾਂਤ ਪਾਣੀ 'ਚ ਕੌਣ ਡਾਂਗ ਮਾਰਦਾ ਹੈ? ਪੰਜਾਬ ਦੀ ਇਸ ਫਿਜ਼ਾ ਦੇ ਵਿੱਚ ਕੌਣ ਜ਼ਹਿਰ ਘੋਲਦਾ ਹੈ? ਉਹਨਾਂ ਨੂੰ ਪਰਖਣ ਦੀ, ਉਹਨਾਂ ਨੂੰ ਸਮਝਣ ਦੀ ਜ਼ਰੂਰਤ ਹੈ। ਪੰਜਾਬ ਦੇ ਲੋਕਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ, ਕੀ ਉਹਨਾਂ ਕੁਰਬਾਨੀਆਂ ਦਾ ਮੁੱਲ ਪਿਆ? ਕੀ ਸ਼ਹੀਦਾਂ ਨੂੰ ਸ਼ਹੀਦ ਦਾ ਦਰਜਾ ਮਿਲਿਆ? ਕਿਉਂ ਨਹੀਂ ਮਿਲਿਆ? ਉਹਦੇ ਪਿੱਛੇ ਕੀ ਕਾਰਨ ਹੈ? ਅੱਜ ਸਾਰੀਆਂ ਇਹ ਗੱਲਾਂ ਬਾਤਾਂ ਕਰਾਂਗੇ, ਪਰ ਉਸ ਤੋਂ ਪਹਿਲਾਂ ਉਹ ਬਿਆਨ ਸੁਣਨੇ ਜ਼ਰੂਰੀ ਨੇ ਸਮੇਂ-ਸਮੇਂ ਤੇ ਹਾਕਮਾਂ ਨੇ ਜਿਹੜੇ ਆਪਣੇ ਹਿਸਾਬ ਦੇ ਨਾਲ, ਆਪਣੀ ਕਿਤਾਬ ਦੇ ਨਾਲ ਦਿੱਤੇ। इंदिरा जी की हत्या हुई थी तो हमारे देश में कुछ दंगे फसाद हुए, लेकिन जब भी कोई बड़ा पेड़ गिरता है तो धरती थोड़ी हिलती है। और कर दिए साले ने 100 सरदार मारे, मैंने कत्ल कर दिया, and I've lost into it so much. और कर दिया साले ने 100 सरदार मारे, मैंने कत्ल कर दिया, and I've lost into it so much. उन सबको मालूम है कि आने वाला समय और आने वाला दिशा क्या होने जा रही है। यह हिंदुत्व की सदी है, और हिंदुत्व की सदी केवल भारत की नहीं, दुनिया की सदी होगी। पूरी दुनिया के अंदर हिंदुत्व का झंडा एक बार पुनः मजबूती के साथ भगवा झंडा दुनिया के अंदर कोने कोने में लहराएगा। उसके अनुसार एक बार पुरुषार्थ किए जाने की आवश्यकता है। हिंदू कभी निराशावादी नहीं हो सकता है। सो आए हुए ਮਹਿਮਾਨਾਂ ਨਾਲ ਰਸਮੀ ਤਾਰਫ ਕਰਵਾਉਂਦਾ ਹੋਇਆ ਉਹਨਾਂ ਦਾ ਇਸਤਕਬਾਲ ਕਰਾਂਗੇ, ਉਹਨਾਂ ਨੂੰ ਪੁੱਛਾਂਗੇ ਕਿ ਉਹਨਾਂ ਦੇ ਲਈ ਆਜ਼ਾਦੀ ਦੇ ਮਾਇਨੇ ਕੀ ਨੇ। ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਮੁੱਖ ਬੁਲਾਰੇ ਸਰਦਾਰ ਦਵਿੰਦਰ ਸਿੰਘ ਸੋਢੀ ਸਾਡੇ ਨਾਲ ਇਸ ਚਰਚਾ ਸ਼ਾਮਲ ਹੋਏ ਆ, ਜੀਓ ਆਇਆਂ ਨੂੰ ਹੈ। ਸੁਖਦੇਵ ਸਿੰਘ ਕਾਂਗਰਸ ਤੋਂ ਆਪਣੀ ਗੱਲ ਰੱਖਣਗੇ, ਇਸਤਕਬਾਲ ਹੈ। ਸਰਦਾਰ ਓਂਕਾਰ ਸਿੰਘ ਬਰਾੜ ਸਾਹਿਬ ਜਿਹੜੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੁੱਖ ਬੁਲਾਰੇ, ਉਹਨਾਂ ਦਾ ਇਸ ਚਰਚਾ ਦੇ ਵਿੱਚ ਸਵਾਗਤ ਹੈ। ਸਭ ਤੋਂ ਪਹਿਲਾਂ ਤਾਂ ਸੁਖਦੇਵ ਜੀ ਮੈਂ ਤੁਹਾਡੇ ਤੋਂ ਪੁੱਛਣਾ ਚਾਹੂੰਗਾ ਕਿ ਓਪਨਿੰਗ ਰਿਮਾਰਕਸ ਦੇ ਵਿੱਚ ਜੇ ਕੋਈ ਗੱਲ ਤੁਹਾਨੂੰ ਖਲੀ ਹੋਵੇ, ਜੇ ਕਿਸੇ ਗੱਲ ਨੇ ਦਿਲ ਦਿਖਾਇਆ ਹੋਵੇ ਜਾਂ ਕੋਈ ਗੱਲ ਪੁੱਠੀ ਲੱਗੀ ਹੋਵੇ ਤਾਂ ਉਹਦੇ ਤੇ ਤੁਸੀਂ ਕਿੰਤੂ ਪਰੰਤੂ ਆਪਣਾ ਜ਼ਾਹਰ ਕਰ ਸਕਦੇ ਹੋ। ਇਸ ਤੋਂ ਇਲਾਵਾ ਪੰਜਾਬ ਦੇ ਉਹ ਲੋਕ ਜਿਨ੍ਹਾਂ ਨੇ ਆਪਣਾ ਸਾਰਾ ਕੁਝ ਹੀ ਗਵਾਇਆ, ਪਾਇਆ ਕੁਝ ਨਹੀਂ, ਵੰਡ ਤੋਂ ਪਹਿਲਾਂ ਤੇ ਵੰਡ ਤੋਂ ਬਾਅਦ ਦੇ ਵਿੱਚ ਵੀ, ਉਸ ਕਤਲੋ ਗਾਰਤ ਦੇ ਵਿੱਚ ਵੀ, ਕਿ ਉਹਨਾਂ ਲਈ ਵੀ ਆਜ਼ਾਦੀ ਦੇ ਉਹੀ ਮਾਇਨੇ ਹੈ ਜੋ ਆਜ਼ਾਦੀ ਦੇ ਜਸ਼ਨਾਂ ਦੇ ਵਿੱਚ ਭਲਕੇ ਸ਼ਰੀਕ ਹੋਣਗੇ। ਦੇਖੋ ਨਵਜੋਤ ਜੀ, ਗੱਲ ਇਹ ਹੈ, ਦਿਲ ਸੱਚ ਹੋਵੇ ਨਾ, ਸੱਚ ਤੋਂ ਦਿਲ ਨਹੀਂ ਦੁਖਦਾ,
ਔਰ ਸੱਚ ਤੋਂ ਜਿਹੜਾ ਸੱਚ ਨੇ ਸੱਚ ਹੀ ਰਹਿਣਾ। ਤੁਸੀਂ ਜਿਹੜੀਆਂ ਕੁਝ ਗੱਲਾਂ ਕਹੀਆਂ ਨੇ ਮੈਂ ਕਹਿੰਦਾ ਵੀ ਉਹ ਬਿਲਕੁਲ ਸੱਚੀਆਂ ਨੇ ਔਰ ਉਹ ਤੋਂ ਮੁਨਕਰ ਨਹੀਂ ਹੋਇਆ ਸਕਦਾ, ਉਹਨਾਂ ਵੱਲ ਆਪਾਂ ਪਿੱਠ ਕਰਕੇ ਖੜ ਨਹੀਂ ਸਕਦੇ। ਔਰ ਇਸ ਕਰਕੇ ਮੈਂ ਕਹਾਂ ਵੀ ਮੈਂ ਇੱਕ ਪਾਰਟੀ ਦਾ ਬੁਲਾਰਾ ਹੋਣ ਦੇ ਨਾਤੇ ਵੀ ਇਹ ਗੱਲ ਤੁਹਾਡੀ ਸਹੀ ਹੈ, ਤੁਹਾਡੀ ਗਲਤ ਹੈ, ਇਹ ਮੇਰੇ ਵਾਸਤੇ ਵਾਜਬ ਨਹੀਂ, ਕਿਉਂਕਿ ਜੋ ਸੱਚਾਈ ਹੈ ਉਹ ਤੁਸੀਂ ਬਿਆਨ ਕੀਤੀ ਹੈ। ਪਰ ਹਾਂ ਕੁਝ ਗੱਲਾਂ ਜਿਵੇਂ ਆਪਾਂ ਕਹੀਏ ਵੀ ਅਸੀਂ ਕੁਝ ਚੀਜ਼ਾਂ ਦੇ ਵਿੱਚ ਅਸੀਂ ਸਾਰੀਆਂ ਸਮੇਂ ਦੀਆਂ ਸਰਕਾਰਾਂ ਨੂੰ ਵੀ ਨਹੀਂ ਉਹੀ ਦੋਸ਼ੀ ਠਹਿਰਾ ਸਕਦੇ। ਅਸੀਂ ਜੇ ਦੇਖੋ ਜੇ ਅਸੀਂ ਤੁਸੀਂ 67 ਦੀ ਵੰਡ ਕਹਿੰਦੇ ਹੋ ਉਹ ਅਸੀਂ ਮੰਗੀ ਹੈ। ਉਹ ਜਿਹੜੀ ਪਹਿਲੀ ਵੰਡ ਸੀ ਉਹ ਉਸ ਟਾਈਮ ਦੇ ਹਾਲਾਤ ਜਦੋਂ ਪਹਿਲਾਂ ਹੀ ਜਦੋਂ ਦੇਸ਼ ਦੀ ਆਜ਼ਾਦੀ ਤੋਂ ਹਿੰਦੂ ਮਹਾਸਭਾ ਦਾ ਬਣਨਾ ਫਿਰ ਮੁਸਲਿਮ ਲੀਗ ਦਾ ਬਣਨਾ। ਗੱਲ ਇਹ ਹੈ ਕਿ 47 ਦੇ ਵਿੱਚ ਵੀ ਜਿਹੜੀ 2 ਹਿੱਸਿਆਂ ਦੀ ਮੰਗ ਸੀਗੀ ਤੇ ਵੰਡ ਸੀ ਉਹ ਵੀ ਨਿਜ਼ਾਮ ਦਾ ਫੈਸਲਾ ਸੀ, 66-67 ਵਾਲਾ ਵੀ ਨਿਜ਼ਾਮ ਦਾ ਫੈਸਲਾ ਸੀ, ਆਵਾਮ ਦਾ ਫੈਸਲਾ ਤਾਂ ਨਹੀਂ ਸੀ। ਉਹ ਨਹੀਂ ਆਵਾਮ ਨੇ ਲੜਾਈ ਲੜੀ। ਦੇਖੋ ਇਸ ਗੱਲ ਤੋਂ ਨਵਜੋਤ ਜੀ ਹੁਣ ਅਸੀਂ ਮੁਨਕਰ ਹੋ ਜਾਈਏ ਮੇਰੇ ਖਿਆਲ ਮਾੜੀ ਗੱਲ ਹੈ। ਅਸੀਂ ਰੇਲਾਂ ਵੀ ਰੋਕੀਆਂ, ਅਸੀਂ ਉਸ ਟਾਈਮ ਦੇ ਉੱਤੇ ਮੈਂ ਵੀ ਉਸ ਟਾਈਮ ਦੇ ਉੱਤੇ ਸੁਰਤ 'ਚ ਸੀ। ਜੇ ਮੈਂ ਕਹਾਂ ਮੈਂ ਨਹੀਂ ਦੇਖਿਆ, ਮੇਰਾ ਘਰ ਤਾਂ ਕੁਦਰਤੀ ਰੇਲਵੇ ਫਾਟਕ ਦੇ ਉੱਤੇ ਸੀ। ਅਸੀਂ ਰੇਲਾਂ ਵੀ ਰੋਕੀਆਂ ਨੇ, ਅਸੀਂ ਮੈਡੀਟੇਸ਼ਨ ਵੀ ਕੀਤੀ ਹੈ, ਅਸੀਂ ਆਪਣੇ ਜਿਹੜੇ ਫੇਰੂਮਾਨ ਸਾਹਿਬ ਵਰਗੇ ਨੇ ਮਰਨ ਵਰਤ ਰੱਖ ਕੇ ਅਸੀਂ ਫੇਰੂਮਾਨ ਵਰਗੇ ਹੀਰੇ ਵੀ ਗਵਾਏ ਨੇ। ਔਰ ਉਹ ਇਸੇ ਕਰਕੇ ਹੀ ਗਵਾਏ ਨੇ ਕਿ ਅਸੀਂ ਉਸ ਟਾਈਮ ਦੇ ਉੱਤੇ ਪੰਜਾਬੀ ਸੂਬੇ ਦੀ ਮੰਗ ਕਰਦੇ ਸੀ ਔਰ ਅਸੀਂ ਕੀਤੀ ਸੀ ਉਹ ਅਸੀਂ ਇਹ ਗੱਲ ਕਹੀਏ ਵੀ ਨਹੀਂ ਅਸੀਂ ਨਹੀਂ ਕੀਤੀ ਸੀ, ਮੇਰੇ ਖਿਆਲ 'ਚ ਇਹ ਵੀ ਇੱਕ ਇਤਿਹਾਸ ਨਾਲ ਸਾਡਾ ਇਨਸਾਫ ਨਹੀਂ ਹੋਊਗਾ। ਹਾਂ ਉਹ ਅਸੀਂ ਕੀਤੀ ਔਰ ਉਹਦੇ ਵਿੱਚ ਵੰਡ ਦੇ ਵਿੱਚ ਸਾਡੇ ਨਾਲ ਕੋਈ ਵਿਤਕਰਾ ਹੋ ਗਿਆ ਨਹੀਂ ਹੋ ਗਿਆ, ਉਹ ਉਸ ਟਾਈਮ ਦੀ ਨੈਗੋਸ਼ੀਏਸ਼ਨ ਦੇ ਵਿੱਚ ਹੁੰਦਾ। ਪਰ ਉਹ ਨੈਗੋਸ਼ੀਏਸ਼ਨ ਵੀ ਹੋਈ ਔਰ ਉਹ ਜਿਹੜਾ ਹੈਂਡ ਸਾਡੀ ਮੰਗ ਤੇ ਹੋਈ ਹੈ। ਸਾਨੂੰ ਗੱਲ ਸ਼ਹੀਦਾਂ ਨੂੰ ਸ਼ਹੀਦ ਦਾ ਦਰਜਾ ਕਿਉਂ ਨਹੀਂ ਮਿਲਦਾ? ਦੇਖੋ ਮੈਂ ਇਸ ਗੱਲ ਬਿਲਕੁਲ ਤੁਹਾਡੇ ਨਾਲ ਸਹਿਮਤ ਹਾਂ। ਸ਼ਹੀਦ ਜਿਹੜੇ ਸਾਡੇ ਦੇਸ਼ ਦੇ ਸ਼ਹੀਦ ਹੋਏ ਨੇ ਔਰ ਉਹਦੇ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਵੀ ਸਾਡੀਆਂ ਨੇ, ਉਹਨਾਂ ਨੂੰ ਮਿਲਣਾ ਚਾਹੀਦਾ। ਕਿਸੇ ਵੀ ਸਰਕਾਰ ਨੇ, ਚਾਹੇ ਸਾਡੇ ਸਮੇਂ ਦੀ ਸਰਕਾਰ ਨੇ ਜਾਂ ਹੁਣ ਦੀਆਂ ਸਰਕਾਰਾਂ ਨੇ ਨਹੀਂ ਦਿੱਤਾ, ਮੈਂ ਉਹ ਗੱਲ ਨੂੰ ਮੰਦਭਾਗਾ ਕਹਿਣਾ ਔਰ ਇਹ ਗੱਲ ਹੋਣੀ ਨਹੀਂ ਚਾਹੀਦੀ। ਜਿਹੜਾ ਕੋਈ ਸ਼ਹੀਦ ਆ ਉਹਨੂੰ ਸ਼ਹੀਦ ਦਾ ਦਰਜਾ। ਉਹ ਪਾਰਲੀਮੈਂਟ ਦੇ ਉਸ ਘੇਰੇ ਦੇ ਬਾਹਰ ਜਿਹੜਾ ਹੈ ਭਗਤ ਸਿੰਘ ਦਾ ਬੁੱਤ ਲੱਗਿਆ ਹੋਇਆ, ਪਰ ਉਸ ਪਾਰਲੀਮੈਂਟ ਦੇ ਅੰਦਰ ਦਾ ਸੰਵਿਧਾਨ ਉਸ ਨੂੰ ਸ਼ਹੀਦ ਕਹਿਣ ਤੋਂ ਇਨਕਾਰੀ ਆ। ਦੇਖੋ ਮੈਂ ਤੁਹਾਨੂੰ ਪਹਿਲਾਂ ਹੀ ਕਹਿਤਾ ਵੀ ਮੈਂ ਤਾਂ ਕਿਸੇ ਨੇ ਵੀ ਕੀਤਾ ਜੇ ਇਹ ਕੀਤਾ ਉਹ ਮਾੜੀ ਗੱਲ ਹੈ, ਇਹ ਹੋਣਾ ਨਹੀਂ ਚਾਹੀਦਾ। ਔਰ ਸ਼ਹੀਦ ਭਗਤ ਸਿੰਘ ਵਰਗਿਆਂ ਤੋਂ ਵੱਡੀ ਕੁਰਬਾਨੀ ਕਿਸੇ ਦੀ ਨਹੀਂ, ਉਦੋਂ ਵੱਡੀ ਸ਼ਹਾਦਤ ਕੋਈ ਨਹੀਂ। ਔਰ ਕਿਸੇ ਵੀ ਕੌਮ ਨੂੰ ਫਖਰ ਹੈ, ਸਾਡੀ ਕੌਮ ਨੂੰ ਬਿਲਕੁਲ ਫਖਰ ਹੈ ਉਹਦੇ ਤੇ ਵੀ ਉਹਨਾਂ ਨੇ ਕੁਰਬਾਨੀ ਦਿੱਤੀ ਹੈ। ਔਰ ਉਸ ਯੰਗ ਏਜ ਦੇ ਵਿੱਚ ਜੋ ਉਸ ਬੰਦੇ ਦੀ ਫਿਲਾਸਫੀ ਸੀ, ਜੋ ਉਸ ਬੰਦੇ ਦੀ ਵਿਚਾਰਧਾਰਾ ਸੀ, ਮੇਰੇ ਖਿਆਲ ਦੇ ਵਿੱਚ ਅਸੀਂ ਅੱਜ ਮੈਨੂੰ ਇੱਕ ਗੱਲ ਕਹਿਣ ਦੇ ਵਿੱਚ ਕੋਈ ਇਹ ਝਿਜਕ ਨਹੀਂ, ਅਸੀਂ ਬੁੱਤ ਪ੍ਰਸਤੀ 'ਚ ਤਾਂ ਪੈ ਜਾਂਦੇ ਹਾਂ, ਪਰ ਜੇ ਅਸੀਂ ਸਦੀ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਮੇਰੇ ਖਿਆਲ ਦੇ ਵਿੱਚ ਉਹਦੇ ਕੋਈ ਵੀ ਉਹਦੇ ਉੱਤੇ ਅਮਲ ਕਰਨ ਨੂੰ ਤਿਆਰ ਨਹੀਂ। ਜੇ ਜਿਹੜੀ ਉਹਦੀ ਵਿਚਾਰਧਾਰਾ ਸੀ, ਜੇ ਅਸੀਂ ਉਹਨੂੰ ਪੜ੍ਹੀਏ, ਜੇ ਅਸੀਂ ਉਹ 'ਤੇ ਗੌਰ ਕਰੀਏ ਤਾਂ ਮੇਰੇ ਖਿਆਲ ਦੇ ਵਿੱਚ ਸਾਡੇ ਤੇ ਜਿੰਨੀਆਂ ਸਾਡੇ ਪ੍ਰੋਬਲਮਾਂ ਨੇ ਉਹ ਸਾਰੀਆਂ ਹੱਲ ਹੋ ਜਾਂਦੀਆਂ ਨੇ। ਸਾਡੇ ਵਾਸਤੇ ਕੋਈ ਪ੍ਰੋਬਲਮ ਰਹਿਣੀ ਨਹੀਂ। ਪਰ ਅਸੀਂ ਸਿਰਫ ਤੇ ਸਿਰਫ ਸ਼ਹੀਦ ਭਗਤ ਸਿੰਘ ਨੂੰ ਇਹ ਤਾਂ ਕਹਿ ਦਿੰਦੇ ਆ ਵੀ ਅਸੀਂ ਸ਼ਹੀਦ ਭਗਤ ਸਿੰਘ ਦੇ ਪੈਰੋਕਾਰ ਨਹੀਂ। ਜਦੋਂ ਤੱਕ ਅਸੀਂ ਉਹਦੀ ਵਿਚਾਰਧਾਰਾ ਤੇ ਨਹੀਂ ਚੱਲਾਂਗੇ ਉਦੋਂ ਤੱਕ ਅਸੀਂ ਉਹਦੇ ਪੈਰੋਕਾਰ ਕਹਾਉਣ ਦੇ ਹੱਕਦਾਰ ਨਹੀਂ। ਠੀਕ ਹੈ, ਮਤਲਬ ਮੈਂ ਤੁਹਾਡੀ ਗੱਲ ਸਮਝ ਗਿਆ ਕਿ ਅਸੀਂ ਭਗਤ ਸਿੰਘ ਨੂੰ ਮੰਨਦੇ ਹਾਂ ਪਰ ਉਹਦੀ ਵਿਚਾਰਧਾਰਾ ਨੂੰ ਨਹੀਂ ਮੰਨਦੇ। ਠੀਕ ਹੈ ਸੋਢੀ ਸਾਹਿਬ, ਗੱਲ ਇਹ ਹੈ ਕਿ ਜਿਹੜੇ ਮਰੱਬਿਆਂ ਦੇ ਵਾਰ ਸੀਗੇ ਤੇ ਮਰਲਿਆਂ ਦੇ ਮਾਲਕ ਰਹਿ ਗਏ, ਉਹਨਾਂ ਲਈ ਆਜ਼ਾਦੀ ਉਨਾ ਹੀ ਮਹੱਤਵ ਰੱਖਦੀ ਹੈ ਜਿੰਨਾ ਕਿ ਬਾਕੀ ਇਸ ਹਿੰਦ ਦੇ ਵਾਰਸਾਂ ਲਈ ਰੱਖਦੀ ਹੈ। ਨਵਜੋਤ ਜੀ ਗੱਲ ਇਹ ਆ, ਸਭ ਤੋਂ ਪਹਿਲਾਂ ਤਾਂ ਮੈਂ ਫਤਿਹ ਬੁਲਾਉਣਾ ਹੈ ਸਾਰੇ ਸਰੋਤਿਆਂ ਨੂੰ, ਸਪੋਕਸਮੈਨ ਦੇ, ਔਰ ਤੁਹਾਡਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੌਕਾ ਦਿੱਤਾ। ਔਰ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੂਜੀ ਜਿਹੜੀ ਗੱਲ ਤੁਸੀਂ ਅੱਜ ਕੀਤੀ ਆ ਕਿ ਜਿਹੜੇ ਮਰੱਬਿਆਂ ਦੇ ਮਾਲਕ ਸੀ ਉਹ ਮਰਲਿਆਂ ਦੇ ਬਣ ਗਏ, ਉਹ ਤਾਂ ਜੋ ਬਣਨਾ ਸੀ ਬਣ ਹੀ ਗਿਆ। ਇੱਕ ਪਾਸੇ ਕੱਲ 15 ਅਗਸਤ ਨੂੰ ਆਜ਼ਾਦੀ ਦੇ ਜਸ਼ਨ ਮਨਾਏ ਜਾਣਗੇ, ਦੂਜੇ ਪਾਸੇ ਪੰਜਾਬ ਦੇ ਅੰਦਰ 10,000 ਲੋਕ ਘੱਟ ਤੋਂ ਘੱਟ ਉਹਨਾਂ ਦਾ ਕਤਲੋਗਾਰਤ ਹੋਇਆ, ਉਹਨਾਂ ਦੀਆਂ ਇੱਜ਼ਤਾਂ ਗਈਆਂ, ਲੁੱਟ ਖੋਹ ਹੋਈ। ਔਰ ਅੱਜ ਤੱਕ ਜਿਹੜੇ ਉਹਨਾਂ ਦੇ ਜ਼ਖਮ ਹੱਲੇ ਆ ਉਹ ਭੁਲਾ ਨਹੀਂ ਸਕੇ। ਅੱਜ ਫੇਰ ਉਹ ਜਿਹੜੇ ਬਜ਼ੁਰਗ ਆ, ਕੋਈ ਇਧਰ ਉਧਰ ਬੈਠਾ, ਆਪਾਂ ਜਦੋਂ ਕਿਤੇ ਕੋਈ ਮਿਲਦਾ 75 ਸਾਲ ਬਾਅਦ ਉਹ ਕਿਵੇਂ ਗੱਲ ਲੱਗ ਕੇ ਰੋਂਦੇ ਆ। ਦੂਸਰੀ ਗੱਲ, ਸਾਡੇ ਨਾਲ ਜਵਾਹਰ ਲਾਲ ਨਹਿਰੂ ਨੇ ਸਾਡੇ ਨਾਲ ਇੱਕ ਸਮਝੌਤਾ ਕੀਤਾ ਸੀ। ਉਹ ਕਿਹਾ ਸੀ ਕਿ ਸਿੱਖਾਂ ਨੂੰ, ਮਾਸਟਰ ਤਾਰਾ ਸਿੰਘ ਤੇ ਜਵਾਹਰ ਲਾਲ ਨਹਿਰੂ ਦਾ ਇੱਕ ਸਮਝੌਤਾ ਹੋਇਆ ਸੀ ਕਿ ਆਜ਼ਾਦ ਦੇਸ਼ ਦੇ ਅੰਦਰ ਤੁਹਾਨੂੰ ਇੱਕ ਐਸਾ ਖਿੱਤਾ ਦਿੱਤਾ ਜਾਏਗਾ ਜਿਸ ਦੇ ਵਿੱਚ ਸਿੱਖ ਆਪਣੀ ਆਜ਼ਾਦੀ ਦਾ ਨਿੱਘ ਮਾਣ ਸਕਣਗੇ। ਪਰ
ਬਰਾੜ ਸਾਹਿਬ ਸਰਦਾਰ ਸੁਖਦੇਵ ਸਿੰਘ ਗੱਲ ਕਰ ਰਹੇ ਸੀ ਕਿ ਅਸੀਂ ਮੰਗਿਆ, ਅਸੀਂ ਇਹ ਲੰਗੜਾ ਪੰਜਾਬ ਨਹੀਂ ਸੀ ਮੰਗਿਆ, ਸਾਡੇ ਲੋਕਾਂ ਨੇ ਅਸੀਂ ਪੰਜਾਬੀ ਬੋਲਦੇ ਇਲਾਕੇ ਮੰਗਦੇ ਸੀ, ਅਸੀਂ ਪੰਜਾਬ ਮੰਗਦੇ ਸੀ। ਔਰ ਸਾਡਾ ਜਿਹੜਾ ਅੱਧਾ ਰਾਜਸਥਾਨ ਨੂੰ ਦੇ ਦਿੱਤਾ ਗਿਆ, ਹਰਿਆਣੇ ਨੂੰ ਕੱਟ ਕੇ ਦੇ ਦਿੱਤਾ ਗਿਆ, ਹਿਮਾਚਲ ਨੂੰ ਦੇ ਦਿੱਤਾ ਗਿਆ, ਸਾਨੂੰ ਤਾਂ ਸੂਬੀ ਦਿੱਤੀ, ਇੱਕ ਸੂਬੀ ਧੱਕੇ ਨਾਲ ਦਿੱਤੀ ਹੈ। ਕਹਿੰਦੇ ਅਸੀਂ ਮੰਗਿਆ, ਰੇਲਾਂ ਇਹ ਨਹੀਂ ਸੀ ਰੋਕੀਆਂ ਕਿ ਸਾਨੂੰ ਇੰਨਾ ਕੁ ਪੰਜਾਬ ਦਿਓ, ਅਸੀਂ ਪੰਜਾਬੀ ਸੂਬਾ ਮੰਗਦੇ ਸੀ। ਦਿੱਲੀ ਵੀ ਸਾਰੀ ਪੰਜਾਬੀ ਬੋਲਦੀ ਹੈ, ਅਸੀਂ ਕੱਲਾ ਇੰਨਾ ਕੁ ਪੰਜਾਬ ਨਹੀਂ ਸੀ ਮੰਗਦੇ। ਦੂਸਰੀ ਗੱਲ, ਇਸ ਪੰਜਾਬ ਦੇ ਅੰਦਰ ਵੀ ਸਾਨੂੰ ਸਿੱਖਾਂ ਨੂੰ ਬਗਾਨਗੀ ਦੀ ਭਾਵਨਾ ਨਾਲ ਵੇਖਿਆ ਗਿਆ। ਦਰਬਾਰ ਸਾਹਿਬ ਤੇ ਹਮਲਾ, ਤੋਪਾਂ ਚੜਾ ਦੇਣੀਆਂ, ਕਿਹੜੇ ਦੇਸ਼ ਦੀ ਫੌਜ ਆ ਜਿਹੜੀ ਉੱਥੋਂ ਦੀ ਕੌਮ ਨੂੰ ਹੀ ਮਾਰਨ ਤੁਰ ਪਵੇ। ਔਰ ਇਹ ਗਾਂਧੀ ਪਰਿਵਾਰ ਨੇ ਜੋ ਕੁਝ ਸਾਡੇ ਨਾਲ ਵਾਅਦੇ ਕਰਨ ਤੋਂ ਬਾਅਦ ਜੋ ਕੁਝ ਸਾਨੂੰ ਖਮਿਆਜਾ ਭੁਗਤਣਾ ਪਿਆ, ਉਸ ਗੱਲ ਦਾ ਸਾਡੇ ਗਲਾਂ 'ਚ ਟਾਇਰ ਪਾ ਪਾ ਕੇ ਫੂਕੇ, ਸਾਡੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਰੋਲੀਆਂ ਔਰ ਇਨਕਾਊਂਟਰ ਕਰਾਏ ਸਾਡੇ ਸੜਕਾਂ ਤੇ ਚੁਰਾਹਿਆਂ ਦੇ ਉੱਤੇ। ਅੱਜ ਤੱਕ ਸਰਕਾਰਾਂ ਸਾਨੂੰ ਇਹ ਨਹੀਂ ਗਿਣਤੀ ਕਰ ਸਕੀਆਂ ਕਿ ਪੰਜਾਬ ਦੇ ਕਿੰਨੇ ਨੌਜਵਾਨ ਹੈ ਜਿਹੜੇ ਅਸੀਂ ਮਕਾ ਕੇ ਖਪਾ ਦਿੱਤੇ ਹੈ, ਇੱਕ ਸਾਡੀ ਨਸਲ ਖਪਾ ਦਿੱਤੀ ਹੈ ਸਰਕਾਰਾਂ ਨੇ। ਔਰ ਪਿਛਲੇ ਦਿਨੀ ਜਦੋਂ ਮਣੀਪੁਰ ਦੀ ਘਟਨਾ ਵਾਪਰੀ, ਬਹੁਤ ਮੰਦਭਾਗੀ ਘਟਨਾ ਸੀ, ਔਰ ਰਾਹੁਲ ਚਲਾ ਕੇ ਕਹਿ ਰਿਹਾ ਸੀ ਮਣੀਪੁਰ ਦੀ ਘਟਨਾ। ਮੈਂ ਪੁੱਛਣਾ ਚਾਹੁੰਦਾ ਸਰਦਾਰ ਸੁਖਦੇਵ ਸਿੰਘ ਹੋਰਾਂ ਨੂੰ ਕਿ ਕੀ ਕਦੇ ਜਗਦੀਸ਼ ਟਾਈਟਲਰ ਅੱਜ ਵੀ ਬੜੀ ਜ਼ਮਾਨਤਾਂ ਲੈਂਦਾ ਫਿਰਦਾ? ਕਾਂਗਰਸ ਨੇ ਨਾ ਜਗਦੀਸ਼ ਟਾਈਟਲਰ, ਸੱਜਣ ਕੁਮਾਰ, ਕਮਲਨਾਥ ਵਰਗਿਆਂ ਨੂੰ ਸੀਐਮ ਦੇ ਅਹੁਦਿਆਂ ਤੇ ਭਾਇਆ, ਵਾਰ-ਵਾਰ ਉਹਨਾਂ ਨੂੰ ਮੰਤਰੀ ਬਣਾਇਆ, HKL ਭਗਤ ਵਰਗਿਆਂ ਨੂੰ, ਲਲਿਤ ਮਾਕੜ ਵਰਗਿਆਂ ਨੂੰ, ਸਾਰਿਆਂ ਨੂੰ ਮਿਨਿਸਟਰੀਆਂ ਦਿੱਤੀਆਂ। ਔਰ ਸਾਨੂੰ ਕੀ ਮਿਲਿਆ? ਸਾਨੂੰ ਅੱਜ ਤੱਕ ਇਨਸਾਫ ਨਹੀਂ ਮਿਲਿਆ। 84 ਦਾ ਅਸੀਂ ਅੱਜ ਤੱਕ ਇਨਸਾਫ ਮੰਗ ਰਹੇ ਹਾਂ। ਕੀ ਕਦੇ ਕਾਂਗਰਸੀ ਕਹਿਣਗੇ ਕਿ ਸਿੱਖਾਂ ਨਾਲ ਧੱਕਾ ਹੋਇਆ? ਔਰ ਅਸੀਂ ਕੀ ਕਾਂਗਰਸੀ ਇਹਨਾਂ ਨੂੰ ਬਾਹਰ ਕੱਢਣਗੇ ਅੱਜ ਵੀ ਜਗਦੀਸ਼ ਟਾਈਟਲ, ਕਮਲਨਾਥ ਵਰਗਿਆਂ ਨੂੰ? ਜੀ ਠੀਕ ਹੈ, ਮੈਂ ਕੋਈ ਗੱਲ ਨਹੀਂ, ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਜ਼ਰੂਰ ਲਵਾਂਗਾ, ਪਰ ਉਸ ਤੋਂ ਪਹਿਲਾਂ ਮੈਂ ਬਰਾੜ ਸਾਹਿਬ ਕੋਲੇ ਉਹਨਾਂ ਦੇ ਪੁੱਛਣਾ ਚਾਹੂੰਗਾ ਕਿ ਅੱਜ ਜੋ ਭਗਤ ਸਿੰਘ, ਰਾਜਗੁਰੂ, ਸੁਖਦੇਵ ਹੋਰਾਂ ਨੂੰ ਦਰਜਾ ਹਾਸਲ ਹੈ, ਕੀ ਉਹ ਵਾਜਬ ਹੈ? ਉਸ ਨਾਲ ਅਸੀਂ ਸੰਤੁਸ਼ਟ ਹਾਂ? ਜਿਹੜੀਆਂ ਸਾਡੀਆਂ ਕੁਰਬਾਨੀਆਂ ਨੇ ਉਹ ਕਿਸੇ ਲੇਖੇ ਲੱਗੀਆਂ ਨੇ? ਜਿਹੜੇ ਲੋਕਾਂ ਨੇ ਆਪਣੀ ਪੱਤ ਲੁਹਾਈ, ਆਪਣੀ ਜ਼ਮੀਨਾਂ ਗਵਾਈਆਂ, ਆਪਣਾ ਸਭ ਕੁਝ ਗਵਾਇਆ, ਉਸ ਤੋਂ ਬਾਅਦ ਕੀ ਉਹ ਰੁਤਬਾ ਇਸ ਕੌਮ ਨੂੰ ਬਹਾਲ ਹੈ? ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਨੂੰ ਰੁਤਬਾ ਅੱਜ ਤੱਕ ਮਿਲਿਆ ਹੀ ਨਹੀਂ ਜੀ। ਢਾਲੀਵਾਲ ਸਾਹਿਬ, ਤੁਸੀਂ ਕਿਹਾ ਵੀ ਜਿਹੜੇ ਸ਼ਹੀਦ ਨੇ, ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ, ਭਾਈ ਊਧਮ ਸਿੰਘ, ਸਾਨੂੰ ਸ਼ਹੀਦਾਂ ਦਾ ਦਰਜਾ ਨਹੀਂ ਦਿੱਤਾ। ਸਿਰਫ ਉਹਨਾਂ ਦੇ ਜਿਸ ਦਿਨ ਸ਼ਹੀਦੀ ਜਾਂ ਜਨਮ ਦਿਨ ਹੁੰਦਾ, ਸਿਰਫ ਫੁੱਲ ਲੈ ਕੇ ਹੀ ਉਹਨਾਂ ਤੱਕ ਪਹੁੰਚਿਆ ਜਾਂਦਾ, ਅਸਲ ਗੱਲ ਤੱਕ ਨਹੀਂ ਪਹੁੰਚਾਇਆ ਜਾਂਦਾ। ਅਸੀਂ ਅੱਜ ਵੀ ਗੁਲਾਮ ਹਾਂ, ਸਾਨੂੰ ਗੁਲਾਮੀ ਦਾ ਅਹਿਸਾਸ ਬਾਰ-ਬਾਰ ਕਰਵਾਇਆ ਜਾਂਦਾ। ਮਣੀਪੁਰ ਦੇ ਵਿੱਚ ਜਿਹੜੀ ਹੁਣੀ ਨਵੀਂ ਘਟਨਾ ਪਹੁੰਚੀ ਆ, ਉਹ ਘੱਟ ਗਿਣਤੀਆਂ ਨਾਲ ਧੱਕਾ, ਭਾਵੇਂ ਉਹ ਹਿੰਦੂ ਰਾਸ਼ਟਰ ਦੀ ਗੱਲ ਕਰਨ, ਉਹਨਾਂ ਲਈ ਦੇਸ਼ ਭਗਤਾਂ ਦਾ ਉਹਨਾਂ ਨੂੰ ਰੂਪਤ ਦਰਜਾ ਦਿੱਤਾ ਜਾਂਦਾ ਹੈ। ਉਹਨਾਂ ਨੂੰ ਟਿਕਟਾਂ ਦਿੱਤੀਆਂ ਜਾਂਦੀਆਂ ਜਿਨ੍ਹਾਂ ਨੇ ਇੰਦਰਾ ਗਾਂਧੀ ਦੇ ਹੱਕ ਦੇ ਵਿੱਚ ਜਹਾਜ਼ ਗਵਾਹ ਕੀਤਾ ਸੀ, ਜਿਨ੍ਹਾਂ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ, ਜਿਨ੍ਹਾਂ ਨੂੰ ਅੱਗਾਂ ਲਾਈਆਂ ਗਈਆਂ ਸੀ, ਦਰਬਾਰ ਸਾਹਿਬ ਤੇ ਹਮਲਾ ਹੋਇਆ, ਜੇ ਉਹਨਾਂ ਲਈ ਕੁਰਬਾਨੀਆਂ ਕੀਤੀਆਂ ਤਾਂ ਉਹਨਾਂ ਨੂੰ ਇੱਕ ਨੂੰ ਦੇਸ਼ਨ ਕਾਲਾ ਦਿੱਤਾ ਜਾਂਦਾ, ਇੱਕ ਦੇ ਲੱਤ ਦੇ ਵਿੱਚ ਟੀਕਾ ਲਾ ਕੇ ਉਹਦੀ ਲੱਤ ਗਾਲੀ ਜਾਂਦੀ ਹੈ। ਜਿਹੜੇ ਸਾਡੇ ਜਿੰਦਾ ਸ਼ਹੀਦ ਨੇ, ਭਾਈ ਜਗਤਾਰ ਸਿੰਘ ਹਵਾਰਾ, ਭਾਈ ਰਾਜੇਆਣਾ, ਭਾਈ ਪ੍ਰੋਫੈਸਰ ਸਾਹਿਬ ਦਵਿੰਦਰਪਾਲ ਸਿੰਘ ਜੀ ਭੁੱਲਰ, ਉਹਨਾਂ ਨੂੰ 27 ਸਾਲ ਹੋ ਗਏ ਜੇਲ੍ਹਾਂ ਦੇ ਵਿੱਚ ਨਜ਼ਰਬੰਦ, ਅਜੇ ਤੱਕ ਉਹਨਾਂ ਨੂੰ 1 ਘੰਟੇ ਦੀ ਪਰੋਲ ਨਹੀਂ ਮਿਲੀ। ਜਿਹੜੇ ਬਲਾਤਕਾਰੀ ਨੇ ਉਹਨਾਂ ਨੂੰ ਪਰੋਲਾਂ ਵੀ ਦਿੱਤੀਆਂ ਜਾਂਦੀਆਂ, ਬਾਰ-ਬਾਰ ਛੱਡਿਆ ਵੀ ਜਾ ਰਿਹਾ, ਸੱਜਣ ਕੁਮਾਰ ਵਰਗਿਆਂ ਨੂੰ ਛੱਡਿਆ ਜਾ ਰਿਹਾ। ਇਸ ਕਰਕੇ ਸਾਡੀ ਕੌਮ ਆ ਜਿਹੜੀ, ਅਸੀਂ ਗੁਲਾਮ ਆ। ਪਹਿਲਾਂ ਗਲਾਂ ਦੇ ਵਿੱਚ ਟਾਇਰ ਪਾ ਕੇ ਮਾਰਿਆ, ਫਿਰ ਦਰਬਾਰ ਸਾਹਿਬ ਢਾਹ ਕੇ, ਫਿਰ ਸਾਡੇ ਸਿੱਖਾਂ ਦੀ ਨਸਲ ਕੁਸ਼ੀ ਕਰੀ ਗਈ, ਜਿਨ੍ਹਾਂ ਨੂੰ ਇਹ ਦੰਗੇ ਦਾ ਰੂਪ ਕਹਿੰਦੇ ਆ, ਉਹ ਨਸਲ ਕੁਸ਼ੀ ਹੋਈ ਆ ਸਾਡੀ। ਤੇ ਅੱਜ ਵੀ ਸਾਨੂੰ NSA ਲਾ ਕੇ ਜਿਹੜੇ ਸਿੱਖ ਜਾਤ ਦੀ ਗੱਲ ਕਰਦੇ ਆ ਵੀ ਸਾਨੂੰ ਖਾਲਸਾ ਰਾਜ ਚਾਹੀਦਾ। ਤੁਸੀਂ ਜਿੰਦਾ ਸ਼ਹੀਦ ਕਹਿੰਦੇ ਹੋ, ਕਹਿੰਦੇ ਆ ਕਿ ਉਹਨਾਂ ਨੇ CM ਦੀ ਅਸੈਸੀਨੇਸ਼ਨ ਕੀਤੀ, ਉਹਨਾਂ ਨੇ ਸਮੇਂ ਦੇ ਮੁੱਖ ਮੰਤਰੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਬਿਲਕੁਲ ਨਹੀਂ ਜੀ, ਉਹਨਾਂ ਨੇ ਕਤਲੇਆਮ ਰੋਕਿਆ। 2 ਲੱਖ ਨੌਜਵਾਨ ਨੂੰ ਮੌਤ ਦੇ ਘਾਟ ਧਾਰ ਦੇਣਾ ਬੇਅੰਤੇ ਬੁੱਚੜ ਨੇ ਉਹਨੂੰ ਇਸ ਕਰਕੇ ਮਾਰਿਆ ਸੀ ਕਿ ਸਾਡਾ 2 ਲੱਖ ਨੌਜਵਾਨ ਉਹਨਾਂ ਨੇ ਮੋਟਰਾਂ ਤੋਂ ਚੱਕ ਕੇ ਨੱਕਾ ਜਿਹੜਾ ਉਹਨੇ ਮਾਰਿਆ, ਕਾਊਂਟਰ, ਝੂਠੇ ਕਾਊਂਟਰ ਕਰਵਾ ਕੇ KPS ਗਿੱਲ ਤੋਂ, ਸਮੇਤ ਸੈਣੀ ਤੋਂ, ਜਿਹੜੇ ਉਦੋਂ ਦੇ ਮੌਕੇ ਦੇ DIG IG ਸੀਗੇ, ਜਿਹਦੇ ਵਿੱਚ ਅਜੇ ਵੀ 4-5 ਜਿਨ੍ਹਾਂ ਨੂੰ ਇਹਨਾਂ ਨੇ ਮੌਕੇ ਦੀ ਜਿਹੜੀ ਹੋਣ ਵਾਲੀ ਸਰਕਾਰ ਆ, ਕੋਈ ਬਹੁਤਾ ਇਹਨਾਂ ਦਾ ਫਰਕ ਨਹੀਂ,
ਉਹਨਾਂ ਨੂੰ ਵੀ ਦਰਜੇ ਦਿੱਤੇ ਹੋਏ ਆ। ਇਸ ਕਰਕੇ ਸਾਡੇ ਜਿੰਦਾ ਸ਼ਹੀਦ ਇਸ ਕਰਕੇ ਕਿਉਂਕਿ ਕੌਮ ਦੇ ਹੀਰੇ ਆ। ਕੇਂਦਰੀ ਸਿੱਖ ਜੈਵ ਘਰ ਦੇ ਵਿੱਚ ਭਾਈ ਜਗਤਾਰ ਸਿੰਘ ਹਵਾਰੇ ਦੀ ਫੋਟੋ ਲੱਗੀ ਹੋਈ ਆ। ਮੈਂ ਬਰਾੜ ਸਾਹਿਬ ਮੁੜ ਕੇ ਆਉਂਗਾ। ਕਰਨੈਲ ਸਿੰਘ ਪੀਰ ਮੁਹੰਮਦ ਇਸ ਵੇਲੇ ਸਾਡੇ ਨਾਲ ਜੁੜੇ ਨੇ। ਪੀਰ ਮੁਹੰਮਦ ਜੀ, ਰੋਜ਼ਾਨਾ ਸਪੋਕਸਮੈਨ ਤੇ ਤੁਹਾਡਾ ਸਵਾਗਤ ਹੈ। ਹਾਂਜੀ ਹਾਂਜੀ ਪੀਰ ਮੁਹੰਮਦ ਜੀ, ਆਜ਼ਾਦੀ ਦੇ ਜਸ਼ਨ ਅੱਜ ਤੋਂ ਮਨਾਉਣੇ ਸ਼ੁਰੂ ਹੋ ਗਏ ਆ। ਭਲਕ ਨੂੰ ਲੋਕ ਇਸ ਦੇ ਵਿੱਚ ਰੁੱਝੇ ਹੋਣਗੇ, ਮਗਨ ਹੋਣਗੇ, ਸ਼ੋਰ ਸ਼ਰਾਬਾ ਹੋਊਗਾ, ਮਾਣ ਮਹਿਸੂਸ ਕੀਤਾ ਜਾਵੇਗਾ, ਕਰਵਾਇਆ ਜਾਵੇਗਾ ਤੇ ਕਿਹਾ ਜਾਵੇਗਾ ਕਿ ਪੰਜਾਬੀ ਕੀ ਸਿੱਖ ਉਜੜ ਕੇ ਆਏ ਲੋਕ ਇੱਜ਼ਤਾਂ ਲਾਭ ਕਰਵਾ ਕੇ ਆਏ ਲੋਕਾਂ ਦੇ ਲਈ ਕਿ ਉਹ ਆਜ਼ਾਦੀ ਉਹਨੇ ਮਾਇਨੇ ਰੱਖਦੀ ਹੈ। ਇਸ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਦਾ ਕੀ ਸਟੈਂਡ ਹੈ? ਦੇਖੋ, ਗੱਲ ਇਹ ਆ ਕਿ 76 ਸਾਲ ਹੋ ਗਏ ਨੇ ਦੇਸ਼ ਆਜ਼ਾਦ ਹੋਇਆ ਨੂੰ, ਲੇਕਿਨ ਜੇ ਆਪਾਂ ਹੁਣ ਬੀਤੇ ਦੀ ਗੱਲ, ਬੀਤੇ ਤੋਂ ਤਾਂ ਸਭ ਕੁਝ ਸਿੱਖਿਆ ਜਾ ਸਕਦਾ, ਨਾ ਕਿ ਬੀਤੇ ਦੇ ਬਾਰੇ ਆਪਾਂ ਇਹ ਕਹੀਏ ਕਿ ਦੇਖੋ ਜੀ ਉਦੋਂ ਕੀ ਹੋਇਆ ਸੀ, ਤੇ ਉਹ ਸਾਰੀ ਦੁਨੀਆ ਨੂੰ ਪਤਾ ਹੈ। ਔਰ ਜਿਹੜੇ ਭੁਗਤ ਭੋਗੀ ਨੇ, ਜਿਨ੍ਹਾਂ ਨੇ ਆਪਣੇ ਪਿੰਡੇ ਤੇ ਹੰਢਾਇਆ, ਜਿਨ੍ਹਾਂ ਦੇ ਪਰਿਵਾਰ ਵਿਛੜ ਗਏ, ਜਿਨ੍ਹਾਂ ਨੇ ਤਸ਼ੱਦਦ ਝੱਲਿਆ ਜਾਂ ਜਿਨ੍ਹਾਂ ਦੇ ਉੱਤੇ ਜ਼ੁਲਮ ਹੋਇਆ, ਔਰ ਉਹਨਾਂ ਆਜ਼ਾਦੀ ਪਰਵਾਨਿਆਂ ਨੇ ਜਿਨ੍ਹਾਂ ਨੇ ਇੱਕ ਸੁਪਨਾ ਲਿਆ ਸੀ ਕਿ ਇਸ ਦੇਸ਼ ਨੂੰ ਆਜ਼ਾਦ ਕਰਾਉਣ ਤੋਂ ਬਾਅਦ ਜਿਹੜੇ ਸਾਡੇ ਲੋਕ ਨੇ ਬੜੇ ਸੁਖਦ ਜੀਵਨ ਬੀਤੇ ਤੋਂ ਸਿੱਖਿਆ ਜਾ ਸਕਦਾ। ਬੀਤੇ ਤੋਂ ਅਸੀਂ ਕੀ ਸਿੱਖਿਆ? ਬੀਤੇ ਤੋਂ ਇਹ ਸਿੱਖਿਆ ਨਹੀਂ ਨਾ ਆਪਾਂ। ਬੀਤੇ ਤੋਂ ਜਿਹੜੀਆਂ ਸਰਕਾਰਾਂ ਬਣੀਆਂ ਨੇ, ਉਹਨਾਂ ਦੇ ਜਿਹੜੇ ਮੁਖੀ ਨੇ, ਜਿੰਨੀ ਦੇਰ ਤੱਕ ਉਹ ਆਪਣੇ ਆਪ ਦੇ ਵਿੱਚ ਕੁਝ ਤਬਦੀਲੀ ਨਹੀਂ ਲਿਆਉਣਗੇ, ਉਹਨਾਂ ਦੇ ਅੰਦਰ ਜਿਹੜੀ ਅੰਗਰੇਜ਼ ਬਿਰਤੀ, ਪਾੜੋ ਤੇ ਰਾਜ ਕਰੋ ਦੀ ਨੀਤੀ, ਜਾਂ ਜਿਹੜਾ ਉਹਨਾਂ ਦੇ ਅੰਦਰ ਇੱਕ ਆਪਣੇ ਪ੍ਰਤੀ ਕਿ ਆਪਣੇ ਪਰਿਵਾਰਾਂ ਬਾਰੇ ਸੋਚਣਾ, ਆਪਣੇ ਆਪ ਬਾਰੇ ਸੋਚਣਾ, ਉਹ ਜਿਹੜੀ ਭਾਵਨਾ ਹੈ ਉਹ ਕਿਤੇ ਨਾ ਕਿਤੇ, ਜਾਂ ਵੋਟ ਬੈਂਕ ਦੀ ਜਿਹੜੀ ਪੋਲਿਟਿਕਸ ਹੈ ਕਿ ਭਰਾ ਨੂੰ ਭਰਾ ਨਾਲ ਲੜਾਉਣਾ ਤੇ ਫਿਰਕਿਆਂ ਨੂੰ ਫਿਰਕੇ ਦੇ ਨਾਲ ਲੜਾ ਕੇ, ਜਿਸ ਤਰ੍ਹਾਂ ਦਾ ਮਾਹੌਲ ਹੈ, ਚਾਹੇ ਮਣੀਪੁਰ ਦੀ ਗੱਲ ਕਰ ਲਈਏ, ਚਾਹੇ ਨੂੰਹ ਦੀ ਗੱਲ ਕਰ ਲਈਏ, ਜਾਂ ਉਸ ਤੋਂ ਪਹਿਲਾਂ ਨਵੰਬਰ 1984 ਸਿੱਖ ਨਸਲਕੁਸ਼ੀ ਦੀ ਗੱਲ ਕਰ ਲਈਏ, ਤੇ ਇਹ ਜਿਹੜੀ ਮਾਰਾਂ ਨੇ ਇਹ ਆਮ ਲੋਕਾਂ ਨੂੰ ਪਈਆਂ ਨੇ। ਜਿਹੜੇ ਉਹ ਲੋਕ ਜਿਹੜੇ ਸ਼ਾਤਰ ਲੋਕ ਨੇ ਉਹ ਹਮੇਸ਼ਾ ਇਸ ਚੀਜ਼ ਤੋਂ ਪਾਸੇ ਰਹੇ ਨੇ। ਚਾਹੇ ਆਪਾਂ ਦੇਸ਼ ਦੀ ਆਜ਼ਾਦੀ ਦੀ ਵੀ ਗੱਲ ਕਰ ਲਈਏ, ਉਦੋਂ ਵੀ ਫਿਰਕਿਆਂ ਦੇ ਵਿੱਚ ਜਿਹੜੀ ਐਡੀ ਵੱਡੀ ਵੱਢ ਟੁੱਕ ਹੋਈ, ਲੇਕਿਨ ਜਿਹੜੇ ਪੋਲੀਟੀਸ਼ੀਅਨ ਸਾਨੂੰ ਗੱਲ ਇਹ ਹੈ ਕਿ ਕੁਲਵੰਤ ਗਰੇਵਾਲ ਸਾਹਿਬ ਨੇ ਕਿਹਾ ਪੰਜਾਬ ਸੀਮਾ ਨਾ ਅਸੀਮ, ਪੰਜਾਬ ਤਕਸੀਮ ਦਰ ਤਕਸੀਮ ਦਰ ਤਕਸੀਮ। ਕਿ ਜੋ ਪੰਜਾਬ ਨੇ ਆਪਣੀ ਵੰਡ ਕਰਵਾਉਣ ਤੋਂ ਬਾਅਦ ਜੋ ਆਪਣਾ ਹਾਲ ਕੀਤਾ, ਜੋ ਹਸ਼ਰ ਕੀਤਾ, ਉਸ ਤੋਂ ਬਾਅਦ ਉਹਦੇ ਨਾਲ ਕੀਤੇ ਗਏ ਸਮੇਂ ਦੀ ਸਰਕਾਰਾਂ ਨੇ ਵਾਅਦੇ ਵਫਾ ਕੀਤੇ, ਜੇ ਨਹੀਂ ਕੀਤੇ ਤਾਂ ਉਹਦੇ ਪਿੱਛੇ ਕੀ ਕਾਰਨ ਜਾਪਦੇ ਆ? ਉਹਦੇ ਪਿੱਛੇ ਇੱਕੋ ਇੱਕ ਕਾਰਨ ਹੈ ਕਿ ਇੱਕ ਤਾਂ ਸਾਨੂੰ ਅਵੇਅਰ ਹੋਣਾ ਪਵੇਗਾ ਕਿ ਅੱਜ ਤੁਸੀਂ ਦੇਖੋ ਦੇਸ਼ ਦੁਨੀਆ ਦੇ ਵਿੱਚ ਆਪਾਂ ਵੇਖਦੇ ਹਾਂ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਜਿਹੜੇ ਉੱਥੋਂ ਦੇ ਚਾਹੇ ਰਾਸ਼ਟਰਪਤੀ ਨੇ, ਚਾਹੇ ਪ੍ਰਧਾਨ ਮੰਤਰੀ ਨੇ, ਚਾਹੇ ਉਹਨਾਂ ਦੇ ਮਿਨਿਸਟਰ ਨੇ, ਲੋਕ ਉਹਨਾਂ ਨੂੰ ਖੜ ਕੇ ਉਹਨਾਂ ਨੂੰ ਸਵਾਲ ਕਰਦੇ ਆ ਤੇ ਉਹਦਾ ਜਵਾਬ ਉਹਨਾਂ ਨੂੰ ਦੇਣਾ ਪੈਂਦਾ। ਇਸੇ ਤਰੀਕੇ ਦੇ ਨਾਲ ਜਿਹੜਾ ਮੌਜੂਦਾ ਸਮੇਂ ਦੇ ਵਿੱਚ ਜਿਹੜਾ ਸਾਡਾ ਇੱਥੋਂ ਦਾ ਪੋਲੀਟੀਸ਼ੀਅਨ ਹੈ ਉਹ ਜਵਾਬਦੇਹ ਨਹੀਂ ਬਣ ਸਕਿਆ ਅੱਜ ਤੱਕ ਵੀ। ਤੁਸੀਂ ਦੇਖੋ ਦੇਸ਼ ਦਾ ਪ੍ਰਧਾਨ ਮੰਤਰੀ ਮਣੀਪੁਰ ਦੇ ਉੱਪਰ ਆਪਣਾ ਬਿਆਨ ਦੇਣ ਤੋਂ ਵੀ ਝਿਜਕਦਾ। ਉਹ ਇਹ ਗੱਲ ਕਹਿੰਦਾ ਕਿ ਕੋਈ ਲੋੜ ਨਹੀਂ ਹੈਗੀ, ਲੇਕਿਨ ਉਹ ਮਨ ਕੀ ਬਾਤ ਤਾਂ ਕਰਦਾ, ਲੇਕਿਨ ਉਹ ਹੋਰ ਸਾਰੇ ਮਸਲੇ ਕਰਦਾ। ਨਿੱਕੀ ਨਿੱਕੀ ਗੱਲ ਪਾਰਟੀ ਫਾਰਮ ਦੇ ਉੱਤੇ ਹੋਵੇ ਉਹਦਾ ਉਹ ਜਵਾਬ ਦਿੰਦਾ, ਲੇਕਿਨ ਇੱਕ ਵੱਡੀ ਹਿੰਸਾ ਹੋਈ ਉਹਦੇ ਉੱਤੇ ਉਹਨੇ ਜਵਾਬ ਨਹੀਂ ਦਿੱਤਾ। ਇਹ ਜਵਾਬਦੇਹ ਬਣਾਉਣ ਲਈ ਲੋਕਾਂ ਨੂੰ ਪਹਿਚਾਣ ਕਰਨੀ ਪਵੇਗੀ ਕਿ ਇਸ ਵੇਲੇ ਰਾਜਨੀਤੀ 'ਚ ਚੱਲ ਕੀ ਰਿਹਾ, ਰਾਜਨੀਤੀ ਜਾ ਕਿੱਧਰ ਨੂੰ ਰਹੀ ਹੈ। ਇਸ ਵੇਲੇ ਰਾਜਨੀਤੀ ਜਿਹੜੀ ਹੈ ਉਹਨੂੰ ਫਿਰਕੂ ਰੰਗਤ ਦਿੱਤੀ ਜਾ ਰਹੀ ਹੈ। ਸਿਰਫ ਤੇ ਸਿਰਫ ਵੋਟ ਪੋਲਿਟਿਕਸ ਜਿਹੜੀ ਹੈ ਉਹਨੂੰ ਅਹਿਮੀਅਤ ਦਿੱਤੀ ਜਾ ਰਹੀ ਕਿ ਵੋਟ ਕਿਵੇਂ ਪ੍ਰਾਪਤ ਕਰਨੀ, ਉਹਨੂੰ ਕੈਪਚਰ ਕਿਵੇਂ ਕਰਨਾ। ਸੋ ਇਹ ਜਿਹੜੀ ਹੈ ਸਾਡੇ ਇਹਦੇ ਲਈ ਅਸੀਂ ਖੁਦ ਜਿਹੜੇ ਆਮ ਲੋਕ ਜਿਹੜੇ ਉਹ ਵੀ ਜ਼ਿੰਮੇਵਾਰ ਆ ਬਰਾਬਰ ਦੇ ਕਿ ਅਸੀਂ ਹਰ ਉਸ ਚੀਜ਼ ਨੂੰ, ਹੁਣ ਤੁਸੀਂ ਦੇਖੋ ਆਮ ਆਦਮੀ ਪਾਰਟੀ ਤੇ ਸਿੱਖ ਨੇ, ਪੰਜਾਬੀ ਤੇ ਸਿੱਖ ਜਿਹੜੇ ਆ ਉਹ ਮਹਿਫੂਜ਼ ਮਹਿਸੂਸ ਕਰਦੇ ਆ। ਗੁਰਦੁਆਰਾ ਜੋ ਡਾਂਗਮਾਰ ਸਾਹਿਬ ਹੋਇਆ, ਜੋ ਤਖਤ ਸਾਹਿਬ ਦੇ ਉੱਤੇ ਜਿਹੜਾ ਹੈ ਮੋਨੇ ਘੋਨੇ ਨੂੰ ਜਥੇਦਾਰ ਥੋਪ ਦਿੱਤਾ ਗਿਆ, ਉਸ ਤੋਂ ਇਲਾਵਾ ਜੰਮੂ ਦੇ ਵਿੱਚ ਪੰਜਾਬੀ ਦਾ ਰੁਤਬਾ ਖਤਮ ਕਰ ਦਿੱਤਾ ਗਿਆ। ਜਿਹੇ ਜੋ ਕੁਝ ਵਾਪਰ ਰਿਹਾ ਹੈ ਇਹਦੇ ਵਿੱਚ ਮਹਿਫੂਜ਼ ਮਹਿਸੂਸ ਕਰਦੇ ਹੋ? ਦੇਖੋ ਸਾਡੀ ਖੇਤਰੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ, ਤੇ ਇਸ ਵੇਲੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਨੂੰ ਖੋਰਾ ਲਾਉਣ ਵਾਸਤੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨ ਵਾਸਤੇ ਜਿੰਨੇ ਵੱਡੇ ਯਤਨ ਕੀਤੇ ਜਾ ਰਹੇ ਆ, ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਾਡੇ ਆਪਣੇ
ਜਿਹੜੀ ਆਪਣੀ ਰਾਜਨੀਤਿਕ ਪਾਰਟੀ ਜਿਹੜੀ ਸਾਡੇ ਬਜ਼ੁਰਗਾਂ ਨੇ ਤਿਆਰ ਕੀਤੀ, ਉਸ ਪਾਰਟੀ ਨੂੰ ਜਿਸ ਪੱਧਰ ਦੇ ਉੱਤੇ ਖੋਰਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੇਖੋ, ਕਰਨੈਲ ਸਿੰਘ ਅੱਜ ਹੈ, ਕਰਨੈਲ ਸਿੰਘ ਕੱਲ ਨਹੀਂ ਹੋਵੇਗਾ, ਲੇਕਿਨ ਜਿਹੜੀ ਪਾਰਟੀ ਹੈ, ਪਾਰਟੀ ਫਾਰਮ ਦੇ ਵਿੱਚ ਜਿਹੜੇ ਬੰਦਿਆਂ ਦੇ ਵਿੱਚ ਕੋਈ ਨੁਕਸ ਹੋ ਸਕਦਾ, ਲੇਕਿਨ ਜਿਸ ਪੱਧਰ ਦੇ ਉੱਤੇ ਅੱਜ ਅਸੀਂ ਅਵੇਅਰਨੈਸ ਪਾਰਟੀ ਤੁਸੀਂ ਗੱਲ ਕਰ ਰਹੇ ਹੋ, ਉਸ ਪਾਰਟੀ ਲਈ ਆਜ਼ਾਦੀ ਦੇ ਜਸ਼ਨ ਦਾ ਕੀ ਮਹੱਤਵ ਹੈ, ਕੀ ਮਾਇਨੇ ਹੈ? ਅਸੀਂ ਦੇਖੋ, ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਦੇਸ਼ ਆਜ਼ਾਦ ਦਾ ਇੱਕ ਬੈਨਰ ਜ਼ਰੂਰ ਬਣ ਗਿਆ ਕਿ ਅਸੀਂ ਆਜ਼ਾਦ ਹੋ ਗਏ ਹਾਂ, ਪਰ ਸਾਡੇ ਅੰਦਰ ਜਿਹੜੀ ਗੁਲਾਮੀ ਹੈ ਉਹ ਉਸੇ ਤਰੀਕੇ ਨਾਲ ਹੀ ਸਾਨੂੰ ਡਰਾਇਆ, ਧਮਕਾਇਆ। ਘੱਟ ਗਿਣਤੀ ਕੌਮਾਂ, ਤੁਸੀਂ ਮੈਨੂੰ ਸਵਾਲ ਕੀਤਾ ਸੀ ਕਿ ਸਿੱਖ ਕੀ ਮਹਿਫੂਜ਼ ਕਰਦੇ ਆ। ਸਿੱਖ ਤਾਂ ਇਹ ਮਹਿਫੂਜ਼ ਕਰ ਰਹੇ ਆ ਕਿ ਅਸੀਂ ਇੱਕ ਦੀ ਗੁਲਾਮੀ ਲਾਈ ਤੇ ਦੂਜੇ ਦੀ ਗੁਲਾਮੀ ਜਿਹੜੀ ਪ੍ਰਵਾਨ ਕਰ ਲਈ। ਸੋ ਉਹਦੇ ਵਿੱਚੋਂ ਸਾਨੂੰ ਨਿਕਲਣ ਵਾਸਤੇ ਇੱਕ ਜੁਟਤਾ ਦਿਖਾਉਣੀ ਪਏਗੀ ਸੂਬੇ ਦੇ ਲੋਕਾਂ ਨੂੰ, ਖਾਸ ਕਰਕੇ ਪੰਜਾਬ ਜਿਹੜਾ ਹਮੇਸ਼ਾ ਦੇਸ਼ ਦੁਨੀਆ ਦੀ ਅਗਵਾਈ ਕਰਦਾ ਰਿਹਾ, ਉਸ ਨੂੰ ਇਸ ਪਾਸੇ ਵੱਲ ਇੱਕ ਧਿਆਨ ਦੇਣਾ ਪਵੇਗਾ। ਉਹਨੂੰ ਆਪਣੇ ਆਪ ਨੂੰ ਬਿਲਕੁਲ ਇੱਕ ਵੱਖਰੀ ਦਿਸ਼ਾ ਦੇ ਉੱਤੇ, ਜਿਵੇਂ ਪੰਜਾਬ ਚੱਲਦਾ ਰਿਹਾ, ਉਸ ਤਰੀਕੇ ਦੇ ਨਾਲ ਉਹਨੂੰ ਉਹਦੀ ਜਿਹੜੀ ਭਾਵਨਾ ਹੈ ਉਹਦੀ ਨਜ਼ਰ ਆਉਣੀ ਚਾਹੀਦੀ। ਚਲੋ ਠੀਕ ਹੈ ਸੁਖਦੇਵ ਜੀ, ਸਵਾਲ ਤੁਹਾਨੂੰ ਸੋਢੀ ਸਾਹਿਬ ਨੇ ਕਾਫੀ ਕੀਤੇ ਸੀ, ਮੈਨੂੰ ਲੱਗਦਾ ਕਿ ਲੋੜ ਨਹੀਂ ਦੁਹਰਾਉਣ ਦੀ। ਔਰ ਇਹ ਗੱਲ ਹੈ ਕਿ ਟਾਈਟਲਰ ਨੇ ਆਪ ਦੇ ਮੂੰਹੋਂ ਕਬੂਲਿਆ ਕਿ ਅਸੀਂ 100 ਸਿੱਖ ਮਾਰਤੇ ਤਾਂ ਫਿਰ ਕੀ ਹੋ ਗਿਆ। और इतों तक भी बयान आए कि जब कोई बड़ा पेड़ गिरता है धरती हिलती है। शरेआम जिहड़ा है गलां दे विच टायर पा के बंदियां नूं जिउंदे साड़ दिता गया। उस तो बाद ਉਹੀ पार्टी दे बंदियां नूं वड्डे वड्डे अहुदियां दे नाल नवाजदी है। तो ये की ਜ਼ਖਮਾਂ ਦੇ ਉੱਤੇ लूण ਭੁੱਕਣ वाली गल नहीं? ये सवाल तुहानूं इस चर्चा 'ਚ होए ने। देखो नवजोत जी, गल ये है ਜਦੋਂ तक टाइटलर है, ਜਦੋਂ ਉਸ ਤੋਂ ਬਾਅਦ ਉਹਨੂੰ ਨਾ ਕੋਈ ਅਹੁਦਾ ਦਿੱਤਾ ਹੈ, ਨਾ ਉਹਨੂੰ ਕਿਤੇ ਉਹ ਕੀਤਾ ਹੈ। ਔਰ ਜੇ ਸਾਡੀ ਕਿਤੇ ਸਟੇਟ ਨੈਸ਼ਨਲ ਉੱਤੇ ਉਹਨੂੰ ਕਿਤੇ ਉਹਨੂੰ ਐਂਟਰਟੇਨ ਵੀ ਕੀਤਾ, ਹਮੇਸ਼ਾ ਪੰਜਾਬ ਦੇ ਯੂਨਿਟ ਨੇ ਉਹਦਾ ਵਿਰੋਧ ਕੀਤਾ ਔਰ ਕਰਦੇ ਰਹਾਂਗੇ। ਔਰ ਦੂਜੀ ਗੱਲ, ਜਦੋਂ ਤੱਕ ਆਪਣੇ ਉਹਦੀ ਗੱਲ ਹੈਗੀ ਹੈ ਆਪਣੇ ਸੱਜਣ ਕੁਮਾਰ ਦੀ, ਸੱਜਣ ਕੁਮਾਰ ਦੇ ਜਦੋਂ ਸੱਜਣ ਕੁਮਾਰ ਬਰੀ ਹੋਇਆ ਸੀਗਾ 2008 ਦੇ ਵਿੱਚ CBI ਕੋਰਟ ਚੋਂ, ਤਾਂ ਉਹਦੇ ਖਿਲਾਫ ਅਪੀਲ ਵੀ ਉਸ ਟਾਈਮ ਦੀ ਸਰਕਾਰ ਜਿਹੜੀ ਕਾਂਗਰਸ ਦੀ ਸੀ ਉਹਨੇ ਹੀ ਪਾਈ ਸੀ, ਉਹਦੇ ਵਿੱਚ ਉਹਨੂੰ ਸਜ਼ਾ ਹੋਈ ਹੈ। ਔਰ ਇਸ ਕਰਕੇ ਮੈਂ ਕਹਿੰਦਾ ਜੇ ਕੋਈ ਪਿਛਲੇ ਘਾਟਾਂ ਰਹੀਆਂ ਨੇ, ਗਲਤੀਆਂ ਹੋਈਆਂ ਨੇ, ਉਹਦੇ ਲਈ ਅਸੀਂ ਹਮੇਸ਼ਾ ਸਾਡਾ ਸਿਰ ਵੀ ਝੁਕਦਾ ਰਹੂਗਾ, ਕਿਉਂਕਿ ਉਹ ਇੱਕ ਐਡਾ ਵੱਡਾ ਜਿਹੜਾ 84 ਦੀ, ਮੈਂ ਵੀ ਉਹਨੂੰ ਨਸਲਕੁਸ਼ੀ ਕਹਿਣਾ, ਜਿਹੜੀ ਉਹ ਨਸਲਕੁਸ਼ੀ ਸੀ, ਹਮੇਸ਼ਾ ਸਾਡਾ ਸਿਰ ਝੁਕਦਾ। ਪਰ ਮੈਨੂੰ ਅੱਜ ਇੱਕ ਗੱਲ ਇਹ ਵੀ ਤੁਹਾਡੀ ਡਿਬੇਟ 'ਚੋਂ ਇੱਕ ਸਭ ਤੋਂ ਵਧੀਆ ਗੱਲ ਨਿਕਲੀ ਵੀ ਬਰਾੜ ਸਾਹਿਬ ਨੇ, ਅਕਾਲੀ ਦਲ ਅੰਮ੍ਰਿਤਸਰ ਵਾਲਿਆਂ ਨੇ ਸ਼ਹੀਦ ਭਗਤ ਸਿੰਘ ਨੂੰ ਸ਼ਹੀਦ ਤਾਂ ਮੰਨ ਲਿਆ, ਇਹ ਤਾਂ ਕਹਿੰਦੇ ਸੀ ਅੱਤਵਾਦੀ, ਇਹਨਾਂ ਦੇ ਪ੍ਰਧਾਨ ਸਾਹਿਬ ਤਾਂ ਕਹਿੰਦੇ ਸੀ। ਚਲੋ ਚੰਗੀ ਗੱਲ ਹੈ, ਅੱਜ ਇੱਕ ਗੱਲ ਤਾਂ ਚੰਗੀ ਨਿਕਲ ਕੇ ਆਈ ਨਾ ਪੰਜਾਬ ਵਾਸਤੇ ਵੀ ਇਹਨਾਂ ਨੇ ਸ਼ਹੀਦ ਭਗਤ ਸਿੰਘ ਨੂੰ ਭਗਤ ਸਿੰਘ ਮੰਨ ਲਿਆ। ਇਹ ਕਹਿੰਦੇ ਸੀ, ਇਹਨਾਂ ਦੇ ਪ੍ਰਧਾਨ ਸਾਹਿਬ ਤਾਂ ਕਹਿੰਦੇ ਸੀਗੇ ਵੀ ਉਹ ਤਾਂ ਅੱਤਵਾਦੀ ਹੈ, ਮੈਂ ਤੁਹਾਨੂੰ ਸ਼ਹੀਦ ਮੰਨਦਾ ਨਹੀਂ। ਇਸ ਕਰਕੇ ਇਹ ਗੱਲ ਇੱਕ ਚੰਗੀ ਨਿਕਲ ਕੇ ਆਈ ਹੈ। ਬਾਕੀ ਜਿਹੜੀ ਅਸੀਂ ਇੱਕ ਗੱਲ ਕਹਿੰਦੇ ਆ ਵੀ ਉਸ ਸਮੇਂ ਦੇ ਵਿੱਚ ਜੇ ਕਿਸੇ ਤੋਂ ਘਾਟਾਂ ਰਹੀਆਂ ਨੇ, ਮੈਂ ਕਹਿੰਦਾ ਉਹ ਸਜ਼ਾ ਦਾ ਭੋਗੀ ਹੈ ਔਰ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ। ਪਰ ਜੇ ਅਸੀਂ ਕਹੀਏ ਵੀ ਹਿੰਸਾ ਨੂੰ ਅਸੀਂ ਵਧਾਵਾ ਦਈਏ, ਅਸੀਂ ਕਹੀਏ ਵੀ ਹਿੰਸਾ ਵੀ ਉਸ ਨੇ ਵੇਲੇ ਆ ਹੋਇਆ ਤਾਂ ਉਹਨੂੰ ਅਸੀਂ ਮਾਰ ਕੇ ਤੇ ਉਹਨੂੰ ਜਸਟੀਫਾਈ ਕਰੀਏ, ਮੇਰੇ ਖਿਆਲ 'ਚ ਇਹ ਵੀ ਇਸ ਸੱਭਿਅਕ ਸਮਾਜ ਦੇ ਵਿੱਚ ਇਹ ਕਿਤੇ ਜਸਟੀਫਾਈ ਨਹੀਂ ਹੋ ਸਕਦੀਆਂ ਗੱਲਾਂ। ਹਾਂ, ਉਸ ਕਾਲੇ ਦੌਰ ਦੇ ਵਿੱਚ ਲੋਕਾਂ ਨਾਲ ਵੀ ਵਧੀਕੀਆਂ ਹੋਈਆਂ, 40-50 ਹਜ਼ਾਰ ਹੋਰ ਵੀ ਬੰਦੇ ਮਰੇ ਆ, ਉਹਨਾਂ ਨਾਲ ਵੀ ਸਾਨੂੰ ਸੋਚਣਾ ਚਾਹੀਦਾ। ਉਹ ਵੀ ਕਿਸੇ ਦੀਆਂ ਗਲਤੀਆਂ ਨਾਲ ਤਾਂ ਮਰੇ ਆ, ਚਾਹੇ ਸਰਕਾਰਾਂ ਦੀਆਂ ਗਲਤੀਆਂ ਨਾਲ ਹੈ, ਕਿਸੇ ਉਸ ਟਾਈਮ ਦੀ ਲੀਡਰਸ਼ਿਪ ਦੀਆਂ ਗਲਤੀਆਂ ਨਾਲ ਮਰੇ ਤਾਂ ਹੈ ਨਾ, ਕਿਸੇ ਪੋਲੀਟੀਕਲ ਪਾਰਟੀਆਂ ਦੇ ਲੀਡਰਸ਼ਿਪ ਦੇ ਜਿਹੜੇ 40-50 ਹਜ਼ਾਰ ਅਸੀਂ ਬੱਸਾਂ 'ਚੋਂ ਵੀ ਲਾ ਕੇ ਮਾਰਦੇ ਰਹੇ, ਉਹ ਵੀ ਕੋਈ ਜਸਟੀਫਾਈ ਨਹੀਂ ਹੈ। ਦੇਖੋ, ਨਾ 84 ਜਸਟੀਫਾਈ, ਨਾ ਬੱਸ 'ਚੋਂ ਲਾ ਕੇ ਮਾਰਨਾ ਜਸਟੀਫਾਈ, ਇਹ ਦੋਨਾਂ ਗੱਲਾਂ ਨੂੰ ਜਸਟੀਫਾਈ ਨਹੀਂ ਕੀਤਾ ਜਾ ਸਕਦਾ। ਪਰ ਅਸੀਂ ਇੱਕ ਨੂੰ ਨਸਲਕੁਸ਼ੀ ਕਹੀਏ, ਦੂਜੇ ਨੂੰ ਅਸੀਂ ਜਸਟੀਫਾਈ ਕਰੀਏ, ਇਹ ਵੀ ਕੋਈ ਤਰਕ ਸੰਗਤ ਗੱਲ ਨਹੀਂ ਹੈਗੀ ਹੈ। ਇਸ ਕਰਕੇ ਜੋ ਮਾੜਾ ਹੈ ਉਹਨੂੰ ਮਾੜਾ ਕਹਿਣਾ ਚਾਹੀਦਾ, ਔਰ ਮਾੜਾ ਕਹਾਂਗੇ ਤਾਂ ਉਹ ਚੰਗੀ ਗੱਲ ਹੈ। ਅਸੀਂ ਜਿਹੜਾ ਸੱਭਿਅਕ ਸਮਾਜ ਅਸੀਂ ਉਸਾਰ ਸਕਾਂਗੇ। ਮੈਂ ਤਾਂ ਸ਼ੁਰੂਆਤ ਦੇ ਵਿੱਚ ਹੀ ਸੁਖਦੇਵ ਜੀ ਜ਼ਿਕਰ ਕੀਤਾ ਸੀ, ਆਪਣੀ ਪੀੜ ਪਰਾਏ ਹਾਸੇ ਸਭ ਨੂੰ ਵੱਡੇ ਲੱਗਦੇ ਨੇ, ਕੁਦਰਤ ਹੈ ਪਰ ਧੁੱਪਾਂ ਛਾਵਾਂ ਐਨ ਬਰਾਬਰ ਦਿੰਦੀ ਹੈ। ਗੱਲ ਬਰਾੜ ਸਾਹਿਬ, ਇਹ ਸੁਖਦੇਵ ਜੀ ਹੋਰਾਂ ਦੇ ਸਵਾਲ ਦਾ ਕੀ ਜਵਾਬ ਦੋਗੇ ਕਿ ਦੁੱਖ ਸਾਰਿਆਂ ਦਾ ਹੀ ਬਰਾਬਰ ਸੀਗਾ, ਜੋ ਹੋਇਆ ਮਾੜਾ ਹੋਇਆ, ਪਰ ਜੋ ਹੋਇਆ ਤੇ ਉਸ ਦੇ ਉੱਤੇ ਜੋ ਹੋਇਆ ਕੀ ਉਹ ਚੰਗਾ ਹੋਇਆ? ਬਿਲਕੁਲ ਜੀ, ਜਿਹੜੇ ਪੁਲਿਸ ਅਫਸਰ ਸੀ ਉਹ ਵੀ ਸਾਡੇ ਸਿੱਖਾਂ ਦੇ ਪੁੱਤ ਮਾਰੇ ਗਏ, ਜਿਹੜੇ ਮੂਵਮੈਂਟ ਦੇ ਵਿੱਚ ਸਿੰਘ ਸੀਗੇ ਸਾਡੇ ਉਹ ਵੀ ਸਿੱਖਾਂ ਦੇ ਪੁੱਤ ਮਾਰੇ ਗਏ, ਕਿਉਂਕਿ ਲੜਾਉਣ ਵਾਲਾ ਕੋਈ ਹੋਰ ਸੀ। ਉਹ ਜੋ ਕੁਝ ਹੋਇਆ ਮਾੜਾ ਹੋਇਆ। ਵੀਰ ਜੀ ਨੇ ਗੱਲ ਕਹੀ ਆ ਕਿ ਸਰਦਾਰ ਸਿਮਰਜੀਤ ਸਿੰਘ ਮਾਨ ਭਗਤ ਸਿੰਘ ਨੂੰ ਅੱਤਵਾਦੀ ਕਹਿੰਦਾ, ਉਹ ਅੱਤਵਾਦੀ ਨਹੀਂ ਸੀ ਕਿਹਾ ਵੀਰ ਜੀ। ਉਸ ਦਿਨ ਕੀ ਹੋਇਆ ਸੀ ਕਿ ਜਿਹੜੀਆਂ ਬੱਸਾਂ ਸੀਗੀਆਂ
ਪੰਜਾਬ ਰੋਡਵੇਜ਼ ਦੇ ਵਿੱਚੋਂ ਭਾਈ ਜਗਤਾਰ ਸਿੰਘ ਹਵਾਰਾ ਤੇ ਸਾਡੇ 20ਵੀਂ ਸਦੀ ਦੇ ਮਹਾਨ ਸਿੱਖ ਯੋਧੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਦੀਆਂ ਤਸਵੀਰਾਂ ਲਾਈਆਂ ਜਾ ਰਹੀਆਂ ਸੀ ਬੱਸਾਂ ਦੇ ਵਿੱਚੋਂ। ਮਾਨ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਜਿਹਨੂੰ ਤੁਸੀਂ ਸ਼ਹੀਦ ਮੰਨਦੇ ਹੋ ਉਹਨੂੰ ਅੱਜ ਵੀ ਕਾਗਜ਼ਾਂ ਦੇ ਵਿੱਚ ਅੱਤਵਾਦੀ ਲਿਖਿਆ ਹੋਇਆ। ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਇੱਕ ਵੀ FRI ਦਰਜ ਹੋਈ ਦਿਖਾ ਦਿਓ ਸਾਨੂੰ ਜਿੱਥੇ ਉਹਨਾਂ ਨੂੰ ਅੱਤਵਾਦੀ ਵੱਖਵਾਦੀ ਲਿਖਿਆ ਹੋਵੇ। ਉਹਨੂੰ ਤੁਸੀਂ ਅੱਤਵਾਦੀ ਕਹਿ ਕੇ ਬੱਸਾਂ 'ਚ ਉਹਨਾਂ ਦੀਆਂ ਤਸਵੀਰਾਂ ਲਾ ਰਹੇ ਹੋ। ਇਹਦੇ ਨਾਂ ਤੇ ਤੁਸੀਂ ਆਪਣੀ ਸਰਕਾਰ ਬਣਾਈ ਆਮ ਆਦਮੀ ਪਾਰਟੀ ਨੇ। ਤੁਹਾਡੇ ਕੋਲੇ ਹੁਣ ਮੌਕਾ, ਇਹਨੂੰ ਤੁਸੀਂ ਸ਼ਹੀਦਾਂ ਦਾ ਦਰਜਾ ਦਿਓ। ਇਹ ਅੱਜ ਵੀ ਕਾਗਜ਼ਾਂ ਦੇ ਵਿੱਚ ਅੱਤਵਾਦੀ ਹੈ। ਚਲੋ ਠੀਕ ਹੈ, ਆਪਾਂ ਇਹਦੇ ਉੱਤੇ ਬਹੁਤਾ ਬਹਿਸ ਨਹੀਂ ਕਰਨੀ। ਸੋਢੀ ਸਾਹਿਬ ਗੱਲ ਇਹ ਆ ਕਿ ਸਵਾਲ ਇਹ ਵੀ ਉੱਠਿਆ ਕਿ ਪ੍ਰਧਾਨ ਮੰਤਰੀ ਸਾਹਿਬ ਮਨੀਪੁਰ ਦੇ ਉੱਤੇ ਮੌਨ ਕਿਉਂ ਨੇ? ਇਹ ਉਹੀ ਪਾਰਟੀ ਹੈ ਜਿਨ੍ਹਾਂ ਨਾਲ ਤੁਹਾਡਾ ਸਮਝੌਤਾ ਹੈ। ਉਹ ਬੰਦੀ ਸਿੰਘਾਂ ਦੀ ਰਿਹਾਈ ਦੇ ਉੱਤੇ ਫੈਸਲਾ ਕਿਉਂ ਨਹੀਂ ਕਰਦੇ? 84 ਦੇ ਕਾਤਲਾਂ ਨੂੰ, 84 ਦੇ ਦੋਸ਼ੀਆਂ ਨੂੰ ਉਹਨਾਂ ਦੇ ਅੰਜਾਮ ਤੱਕ ਕਿਉਂ ਨਹੀਂ ਪਹੁੰਚਾਉਂਦੇ? ਦਾਅਵੇ ਬਹੁਤ ਹੋਏ ਆ ਤੇ ਪਿਛਲੀ ਤਕਰੀਰ ਜਿਹੜੀ ਹੈ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਹੋਰਾਂ ਦੀ, ਉਹਨਾਂ ਨੇ ਵੀ ਇਹਨਾਂ ਸਵਾਲਾਂ ਦੇ ਸਾਰਿਆਂ ਦੇ ਜ਼ਿਕਰ ਕੀਤੇ ਆ। ਕਹਿੰਦੇ ਨਾ ਇਹ ਸਹੀ ਨੇ ਤੇ ਨਾ ਉਹ ਸਹੀ ਨੇ। ਮੈਂ ਨਵਜੋਤ ਜੀ ਸਭ ਤੋਂ ਪਹਿਲਾਂ ਤਾਂ ਸਰਦਾਰ ਸੁਖਦੇਵ ਸਿੰਘ ਦਾ ਧੰਨਵਾਦ ਕਰਦਾ ਹਾਂ ਕਿ ਸ਼ਾਇਦ ਪਹਿਲਾਂ ਕੋਈ ਕਾਂਗਰਸੀ ਹੋਏਗਾ ਜਿਹਨੇ ਇਹ ਗੱਲ ਮੰਨੀ ਹੈ ਕਿ ਵਾਕਿਆ ਹੀ ਜਿਹੜਾ ਦਰਬਾਰ ਸਾਹਿਬ ਤੇ ਹਮਲਾ ਹੋਣਾ ਹੈ ਉਹ ਗਲਤ ਸੀ ਔਰ ਜਿਹੜੇ ਨੌਜਵਾਨ ਜਿਹੜੇ ਮਾਰੇ ਗਏ ਉਹ ਬੜਾ ਗਲਤ ਸੀ। ਪਰ ਇਹਨਾਂ ਨੇ ਇੱਕ ਗੱਲ ਕਹੀ ਹੈ ਕਿ ਜਗਦੀਸ਼ ਟਾਈਟਲ ਨੂੰ ਕਿਤੇ ਵੀ ਅਹੁਦਾ ਨਹੀਂ ਦਿੱਤਾ ਗਿਆ, ਕਿਤੇ ਲਾਇਆ ਨਹੀਂ ਗਿਆ। ਤੁਹਾਨੂੰ ਯਾਦ ਹੋਣਾ ਪਿੱਛੇ 1.5-2 ਸਾਲ ਪਹਿਲਾਂ ਉਹਨੂੰ ਪੰਜਾਬ ਦਾ ਪ੍ਰਭਾਰੀ ਲਾ ਦਿੱਤਾ ਗਿਆ ਸੀ ਔਰ ਉਹਨੂੰ ਵਾਰ-ਵਾਰ ਟਿਕਟ ਦਿੱਤੀ ਜਾ ਰਹੀ ਹੈ। ਕਮਲਨਾਥ ਨੂੰ ਇਹਨਾਂ ਨੇ ਮੁੱਖ ਮੰਤਰੀ ਬਣਾਇਆ। ਸੱਜਣ ਕੁਮਾਰ ਦੀ ਗੱਲ ਕਰਦੇ ਹੋ, ਸੜਕਾਂ ਤੇ ਜਾ ਜਾ ਕੇ ਅਸਲ ਲੋਕਾਂ ਨੇ ਲੜਾਈ ਲੜੀ ਹੈ। ਉਹਦੇ ਭਾਣਜੇ ਨੂੰ ਇਹਨਾਂ ਨੇ MLA ਬਣਾਇਆ। ਕਿੰਨੀ ਬਲਵਾਨ ਖੋਖਰ ਨੂੰ ਇਹਨਾਂ ਨੇ ਕੌਂਸਲਰ ਬਣਾਇਆ ਜਿਹੜਾ ਅੱਜ ਹੁਣ ਜੇਲ੍ਹ ਦੇ ਵਿੱਚ ਹੈ। ਇਹ ਬਿਲਕੁਲ ਗਲਤ ਗੱਲ ਹੈ। ਕਾਂਗਰਸ ਨੇ ਅੱਜ ਤੱਕ ਨਾ ਕਿਸੇ ਦੋਸ਼ੀ ਨੂੰ ਪਾਰਟੀ ਤੋਂ ਬਾਹਰ ਕੱਢਿਆ, ਨਾ ਬਾਹਰ ਦਾ ਰਸਤਾ ਦਿਖਾਇਆ। ਦੂਸਰੀ ਗੱਲ ਅੱਜ ਜਿਹੜੀ ਬਗਾਨਗੀ ਦੀ ਗੱਲ ਹੈ, ਤੁਸੀਂ ਦੇਖੋ ਜੇ ਸਾਡੇ ਨੌਜਵਾਨ ਔਰ ਜੇ ਗੱਲ ਕਰੀਏ ਕਾਂਗਰਸ ਸਰਕਾਰ ਦੀ, ਇੰਦਰਾ ਗਾਂਧੀ ਦਾ ਕਤਲ ਹੁੰਦਾ ਮੌਕੇ ਦੀ ਪ੍ਰਧਾਨ ਮੰਤਰੀ ਦਾ, ਤਾਂ ਸਾਡੇ ਗਲਾਂ 'ਚ ਟਾਇਰ ਪਾ ਕੇ ਸਾਨੂੰ ਕੋ ਕੇ ਸਾੜਿਆ ਜਾਂਦਾ। ਸੜਕਾਂ ਦੇ ਉੱਤੇ ਗਲਾਂ ਦੇ ਵਿੱਚ ਟਾਇਰ ਪਾਏ ਜਾਂਦੇ, ਸਾਡੀਆਂ ਭੈਣਾਂ ਦੇ ਕੱਪੜੇ ਲਾ ਕੇ ਸੜਕਾਂ ਤੇ ਨਚਾਇਆ ਜਾਂਦਾ। ਔਰ ਰਾਜੀਵ ਗਾਂਧੀ ਦਾ ਕਤਲ ਹੁੰਦਾ ਤਾਂ ਉਹਦੇ ਲਈ ਉਦੋਂ ਇੱਕ ਵੀ ਕਤਲ ਨਹੀਂ ਹੁੰਦਾ ਔਰ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਛੱਡ ਦਿੱਤਾ ਜਾਂਦਾ ਔਰ ਸਾਡਿਆਂ ਨੂੰ ਫਾਂਸੀ ਲਾਇਆ ਜਾ ਰਿਹਾ। ਅੱਜ ਸਾਡੇ ਇਹਨਾਂ ਨੇ ਗੱਲ ਕੀਤੀ ਹੈ ਜਥੇਦਾਰ ਹਵਾਰਾ ਵਰਗੇ ਬੰਦੇ, ਜਿਹੜੇ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਵਰਗੇ ਆ, ਔਰ ਸਾਡੇ ਬੰਦੀ ਸਿੱਖਾਂ ਨੂੰ ਕਿਉਂ ਨਹੀਂ ਛੱਡਿਆ ਜਾ ਰਿਹਾ? ਸਾਡੇ ਨਾਲ ਬਗਾਨਗੀ ਦੀ ਭਾਵਨਾ ਵਰਤੀ ਜਾ ਰਹੀ ਹੈ। ਸਾਨੂੰ ਕਿਤੇ ਨਾ ਕਿਤੇ ਦਰਸਾਇਆ ਜਾ ਰਿਹਾ ਕਿ ਤੁਸੀਂ ਅਜੇ ਵੀ ਇਸ ਦੇਸ਼ ਦੇ ਅੰਦਰ ਗੁਲਾਮ ਹੋ ਔਰ ਗੁਲਾਮਾਂ ਵਾਲੀ। ਤੀਸਰੀ ਗੱਲ ਹੈ ਕਿ ਸਾਡੇ ਨੌਜਵਾਨ ਜੇ ਨਸ਼ਿਆਂ ਦੇ ਖਿਲਾਫ ਪ੍ਰਚਾਰ ਕਰਦੇ ਆ, ਉਹ ਕੋਈ ਗੱਲ ਨਹੀਂ ਕਰਦੇ, ਸਿੱਖੀ ਦੀ ਗੱਲ ਕਰਦੇ ਆ, ਅੰਮ੍ਰਿਤ ਛਕਣ ਦੀ ਗੱਲ ਕਰਦੇ ਆ। ਉਹਨਾਂ ਲਈ ਡਿਬਰੂਗੜ੍ਹ ਦੀਆਂ ਜੇਲ੍ਹਾਂ ਤੁਸੀਂ ਦੇਖੋ, ਆਸਾਮ NSA ਲਗਾ ਕੇ ਭੇਜ ਦਿੱਤੀ। ਕੀ ਹੁਣ ਜਦੋਂ ਇੱਥੇ ਕੁਝ ਵਾਪਰਦਾ ਸਾਰਾ ਕੁਝ ਔਰ ਉਦੋਂ ਕਿਉਂ ਨਹੀਂ ਇਹਨਾਂ ਦੇ ਖਿਲਾਫ ਕਾਰਵਾਈ ਹੁੰਦੀ? ਜਿਹੜੀ ਗੱਲ ਤੁਸੀਂ ਦੂਸਰੀ ਕਹੀ ਆ ਉਹ BJP ਦਾ ਮਸਲਾ। ਅਸੀਂ ਮਨੀਪੁਰ ਦੀ ਘਟਨਾ ਦੀ ਬੇਹੱਦ ਨਿਖੇਧੀ ਕਰਦੇ ਆ ਕਿ ਘੱਟ ਗਿਣਤੀਆਂ ਨਾਲ ਧੱਕਾ ਮਾੜੀ ਗੱਲ ਹੈ। ਕਿਸੇ ਨਾਲ ਵੀ ਨਹੀਂ ਕੋਈ ਘਟਨਾ ਐਸੀ ਨਹੀਂ ਵਾਪਰਨੀ ਚਾਹੀਦੀ। ਉਹ ਤਾਂ BJP ਵਾਲੇ ਦੱਸ ਸਕਦੇ ਆ। ਚਲੋ ਠੀਕ ਹੈ, ਮੈਂ ਇਸ ਚਰਚਾ ਨੂੰ ਹੋਰ ਬਹੁਤ ਅੱਗੇ ਤਾਂ ਨਹੀਂ ਲਿਜਾਂਦਾ ਕਿਉਂਕਿ ਬਹਿਸ ਵਾਲੇ ਪਾਸੇ ਨਹੀਂ ਪੈਣਾ ਚਾਹੁੰਦੇ। ਪਰ ਸੁਖਦੇਵ ਜੀ ਇੱਕ ਗੱਲ ਤਾਂ ਹੈ ਕਿ ਅੱਜ ਇਸ ਮੁਲਕ ਦੇ ਵਿੱਚ ਘੱਟ ਗਿਣਤੀਆਂ ਉਹੋ ਜਿਹਾ ਮਾਹੌਲ ਮਹਿਸੂਸ ਨਹੀਂ ਕਰ ਰਹੀਆਂ ਜਿਹੋ ਜਿਹਾ ਸੰਵਿਧਾਨ ਦੇ ਵਿੱਚ ਉਹਨਾਂ ਨੂੰ ਦਰਜਾ ਹਾਸਲ ਹੈ। ਮੈਂ ਬਿਲਕੁਲ ਤੁਹਾਡੀ ਗੱਲ ਨਾਲ ਸਹਿਮਤ ਹਾਂ। ਇਸ ਗੱਲ ਤਾਂ ਅੱਜ ਮਾਈਨੋਰਟੀਜ਼ ਆਪਣੇ ਆਪ ਨੂੰ ਡਰੀਆਂ ਹੋਈਆਂ ਮਹਿਸੂਸ ਕਰਦੀਆਂ ਨੇ। ਔਰ ਇੱਕ ਗੱਲ ਦੇਖੋ, ਮੈਂ ਬਾਕੀ ਬੁਲਾਰਿਆਂ ਨੇ ਵੀ ਇੱਕ ਗੱਲ ਕਹੀ ਹੈ, ਮੈਂ ਵੀ ਉਸ ਗੱਲ ਨਾਲ ਸਹਿਮਤ ਆ ਵੀ 99 ਤੋਂ ਬਾਅਦ 99 ਚ 2 ਬੰਦਿਆਂ ਦੇ ਉੱਤੇ NSA ਲੱਗਿਆ ਸੀ। 99 ਤੋਂ ਬਾਅਦ ਹੁਣ ਜਾ ਕੇ ਮੇਰੇ ਖਿਆਲ ਦੇ ਵਿੱਚ 35-36 ਸਾਲ ਬਾਅਦ ਜਾ ਕੇ ਫਿਰ NSA ਜਿਹੜਾ ਹੈਗਾ ਲਾਇਆ ਜਾਂਦਾ। ਜੇ ਕੋਈ ਉਹ ਅੰਮ੍ਰਿਤਪਾਲ ਹੋਣਾ ਦਾ ਕਸੂਰ ਸੀ, ਉਹ ਥਾਣੇ ਵਾਲਾ, ਤਾਂ ਉਹ ਕਰਿਆ ਜਾ ਸਕਦਾ ਸੀ। ਪਰ NSA ਵਰਗੇ ਏਡੇ ਸਖਤ ਧਾਰਾਵਾਂ ਲਾ ਕੇ ਡਿਬਰੂਗੜ੍ਹ ਜੇਲ੍ਹ ਭੇਜਣਾ, ਸਾਡੀ ਪਾਰਟੀ ਵੀ ਉਹਦਾ ਵਿਰੋਧ ਕਰਦੀ ਰਹੀ, ਹੁਣ ਵਿਰੋਧ ਕਰਦੇ ਵੀ ਆ। ਪਰ ਅਗਲੀ ਗੱਲ, ਮੈਂ ਇੱਕ ਗੱਲ ਇੱਥੇ ਜ਼ਰੂਰ ਕਹੂੰਗਾ ਵੀ ਜਿਹੜੀ ਸੋਢੀ ਸਾਹਿਬ ਕਹਿ ਰਹੇ ਨੇ, ਸੋਢੀ ਸਾਹਿਬ ਤੁਸੀਂ ਦੇਖੋ ਨਾਲੋਂ ਇਸ ਵੇਲੇ ਮੋਦੀ ਸਾਹਿਬ ਦੇ, ਔਰ ਜਦੋਂ ਕਰਤਾਰਪੁਰ ਦਾ ਲਾਂਘਾ ਖੋਲਣ ਆਏ ਸੀ ਮੋਦੀ ਸਾਹਿਬ,
ਫੰਕਸ਼ਨ ਕਰਕੇ ਗਏ ਸੀ ਤਾਂ ਉਹਨਾਂ ਨੇ ਕਿਹਾ ਸੀ ਬੰਦੀ ਸਿੰਘਾਂ ਨੇ ਲਿਸਟ ਵੀ ਦੇ ਕੇ ਸੀ ਮੈਂ ਛੱਡੂੰਗਾ, ਪਰ ਉਹਨਾਂ ਨੇ ਉਹ ਜਿਹੜਾ ਵਾਅਦਾ ਤੁਹਾਡਾ ਵਫਾ ਨਹੀਂ ਹੋਇਆ। ਤੁਹਾਡੀ ਇਹ ਕਹਿ ਕੇ ਆਪਣਾ ਪੱਲਾ ਨਹੀਂ ਛਡਾ ਸਕਦੇ ਵੀ ਉਹ ਬੀਜੇਪੀ ਦਾ ਮਾਮਲਾ ਨਹੀਂ। ਦੇਖੋ ਤੁਸੀਂ ਉਹਨਾਂ ਦੇ ਭਾਈਵਾਲ ਹੋ ਸੋਢੀ ਸਾਹਿਬ, ਤੇ ਤੁਹਾਨੂੰ ਭਾਈਵਾਲ ਦਾ ਰੋਲ ਨਿਭਾਉਣਾ ਚਾਹੀਦਾ। ਔਰ ਹੁਣ ਤੁਸੀਂ ਜਲੰਧਰ ਇਲੈਕਸ਼ਨ ਵੀ ਇਕੱਠੇ ਲੜਿਆ, ਪਹਿਲੇ ਇਲੈਕਸ਼ਨ ਵੀ ਇਕੱਠੇ ਲੜੇ ਨੇ, ਤੁਹਾਡੀ ਡਿਊਟੀ ਬਣਦੀ ਹੈ ਉਹਨਾਂ ਨੂੰ ਜਿਹੜਾ ਹੈਗਾ ਉਸ ਛਡਵਾਓ ਔਰ ਉਹਨਾਂ ਤੋਂ ਜਿਹੜੇ ਵਾਅਦੇ ਕੀਤੇ ਵਫਾ ਕਰਾਓ। ਬਹੁਤ ਸਾਰੀ ਪਾਲਿਸੀਜ਼ ਹੁੰਦੀਆਂ ਨੇ ਸੋਢੀ ਸਾਹਿਬ ਪ੍ਰੈਸ਼ਰਾਈਜ਼ ਕਰਨ ਦੀਆਂ। ਨਹੀਂ, ਅਸੀਂ ਬਿਲਕੁਲ ਪ੍ਰੈਸ਼ਰਾਈਜ਼ ਕਰ ਰਹੇ ਹਾਂ, ਅਸੀਂ ਮੰਗ ਵੀ ਕਰ ਰਹੇ ਹਾਂ। ਹੁਣ ਵੀ ਵਫਦ ਮਿਲ ਕੇ ਆਇਆ, ਫਿਰ ਦੁਬਾਰਾ ਅਸੀਂ ਉਹਨਾਂ ਨੂੰ ਮਿਲਣ ਜਾ ਰਹੇ ਹਾਂ। ਪਰਸੋਂ ਜਦੋਂ ਮੀਡੀਆ ਦੀ ਉੱਥੇ ਹੋਈ ਆ, ਉੱਥੇ ਵੀ ਅਸੀਂ ਇਹ ਉਠਾਈਆਂ ਕਿ ਪੰਜਾਬ ਦੀਆਂ ਇਹ ਮੰਗਾਂ, ਪੰਜਾਬ ਦੀ ਤੁਹਾਡੇ ਨਾਲੋਂ ਡਿਫਰ ਕਰਦੇ ਆ, ਅਸੀਂ ਹਰ ਗੱਲ ਤੇ ਤੁਹਾਡੀ ਨਾਲ ਅਸੀਂ ਸਹਿਮਤੀ ਨਹੀਂ ਕਰ ਸਕਦੇ। ਤਾਂ ਉਹਨਾਂ ਨੇ ਕਿਹਾ ਕਿ ਜਿਹੜੀਆਂ ਪੰਜਾਬ ਦੀਆਂ ਮੰਗਾਂ, ਬੰਦੀ ਸਿੰਘਾਂ ਦਾ ਮਸਲਾ ਹੈ ਜਾਂ ਤੁਹਾਡੇ ਦਰਬਾਰ ਸਾਹਿਬ ਦੀ ਗੱਲ ਹੈ ਜਾਂ ਕੋਈ ਹੋਰ ਵੀ ਹੈ, ਤੁਸੀਂ ਦੇਖੋ ਪਹਿਲੀ ਵਾਰ ਪ੍ਰਧਾਨ ਮੰਤਰੀ ਨੇ ਉਹਦੇ ਵਿੱਚ ਕਹਿਣਾ, ਪਾਰਲੀਮੈਂਟ ਦੇ ਵਿੱਚ ਕਹਿਣਾ ਕਿ ਦਰਬਾਰ ਸਾਹਿਬ ਤੇ ਹਮਲਾ ਗਲਤ ਹੋਇਆ। ਉਹ ਇਹ ਵੀ ਤਾਂ ਜਿਹੜਾ ਕੁਝ ਹੋਇਆ, ਕੋਰੀਡੋਰ ਖੋਲਣਾ, ਇਹ ਕਿੱਡੀ ਗੱਲ ਸੀ ਸਿੱਖਾਂ ਲਈ, ਕਰਤਾਰਪੁਰ ਦਾ ਰਸਤਾ ਸਾਨੂੰ ਦੇਣਾ। ਔਰ ਹੌਲੀ ਹੌਲੀ ਕਰਕੇ ਤੁਸੀਂ ਦੇਖੋਗੇ ਆਉਣ ਵਾਲੇ ਦਿਨਾਂ ਦੇ ਵਿੱਚ ਸਭ ਕੁਝ ਠੀਕ ਹੋਏਗਾ, ਕਿਉਂਕਿ ਕਾਂਗਰਸ ਨੇ 70 ਸਾਲਾਂ ਦੇ ਵਿੱਚ ਸਾਨੂੰ ਲੁੱਟਿਆ, ਕੁੱਟਿਆ, ਸਾਨੂੰ ਮਾਰਿਆ ਔਰ ਸਾਡੇ ਲੱਖਾਂ ਨੌਜਵਾਨ ਜਿਹੜੇ ਇਹਨਾਂ ਨੇ ਘਰੋਂ ਬੇਘਰ ਕੀਤੇ ਆ ਔਰ ਇਹਨਾਂ ਦੀ ਬਦੌਲਤ ਹੀ ਅੱਜ ਸਾਡੇ ਜਿਹੜੇ ਨੌਜਵਾਨ ਉਹ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਦੇ ਵਿੱਚ ਬੈਠੇ ਹੋਏ ਆ। ਚਲੋ ਮੈਂ ਤਾਂ ਇੱਕ ਗੱਲ ਵੈਸੇ ਖੁੱਲ੍ਹ ਕੇ ਗੱਲ ਕਹੂੰਗਾ ਕਿ ਘੱਟ ਕਿਸੇ ਨੇ ਨਹੀਂ ਗੁਜ਼ਾਰੀ। ਤੁਸੀਂ ਅੱਜ ਇਸ ਮੌਕੇ ਦੇ ਉੱਤੇ ਅਸੀਂ ਬਲੇਮ ਗੇਮ ਦੇ ਵਿੱਚ ਨਾ ਪਈਏ, ਤੇ ਮੈਂ ਤੁਹਾਨੂੰ ਜ਼ਾਤੀ ਤੌਰ ਤੇ ਇੱਕ ਗੱਲ ਕਹਿ ਰਿਹਾ ਕਿ ਬਹੁਤ ਸਾਰੇ ਵਖਰੇਵੇਂ ਨੇ ਸ਼੍ਰੋਮਣੀ ਅਕਾਲੀ ਦਲ ਦੇ, ਬਹੁਤ ਸਾਰੀ ਪਾਰਟੀਆਂ ਦੇ ਨਾਲ, ਬਹੁਤ ਸਾਰੇ ਲੋਕਾਂ ਦੇ, ਪਰ ਹਰਸਿਮਰਤ ਕੌਰ ਬਾਦਲ ਹੋਰਾਂ ਦੀ ਜਿਹੜੀ ਹੁਣ ਸਪੀਚ ਆਈ ਹੈ ਨਾ ਲੋਕ ਸਭਾ ਦੇ ਵਿੱਚ, ਉਹ ਸਪੀਚ ਬਹੁਤ ਸ਼ਾਨਦਾਰ ਹੈ। ਪਰ ਜੇਕਰ ਉਹ ਸਰਕਾਰ ਦੇ ਵਿੱਚ ਭਾਈਵਾਲੀ ਦੇ ਵਿੱਚ ਵੀ ਉਹ ਸਟੈਂਡ ਦੇ ਉੱਤੇ ਬਰਕਰਾਰ ਰਹਿੰਦੇ ਤੇ ਪੰਜਾਬ ਲਈ ਬਹੁਤ ਸ਼ਾਨਦਾਰ ਹੁੰਦੀ ਉਹ ਗੱਲ। ਸੋਢੀ ਸਾਹਿਬ ਕੁਝ ਕਹਿ ਰਹੇ ਆ ਕੀਤਾ ਉਦੋਂ ਇਹਨਾਂ ਦੀਆਂ ਮੂੰਹ 'ਚ ਕਿਹੜੀਆਂ ਘੁੰਗਣੀਆਂ ਪਾਈਆਂ ਸੀ ਕਿ ਬੋਲੇ ਨਹੀਂ। ਜੀ ਉਦੋਂ ਹਰਸਿਮਰਤ ਕੌਰ ਕਿੱਥੇ ਸੀ, ਉਦੋਂ ਬੰਦੀ ਸਿੰਘ ਕਿੱਥੇ ਸੀ। ਉਹੀ ਗੱਲ ਕਹਿ ਰਿਹਾ ਵੀ ਮੈਂ ਉਹੀ ਗੱਲ ਕਹਿ ਰਿਹਾ ਸੋਢੀ ਸਾਹਿਬ ਕਿ ਜਦੋਂ ਸਮਾਂ ਰਹਿੰਦੇ ਉਹ ਗੱਲ ਕੀਤੀ ਤੇ ਉਹ ਗੱਲ ਹੋਰ ਵੀ ਸ਼ਾਨਦਾਰ ਹੁੰਦੀ। ਉਦੋਂ ਦਵਿੰਦਰਪਾਲ, ਜਿਵੇਂ ਤੁਸੀਂ ਵੀ ਗੱਲ ਕਹੀ ਹੈ ਕਿ ਸਮਾਂ ਅੱਛਾ ਆਉਣ ਵਾਲਾ ਹੈ, ਅੱਛਾ ਹੋਵੇਗਾ, ਅੱਛੇ ਦਿਨ ਆएंगे, ਪਰ ਅੱਛੇ ਦਿਨ ਨਹੀਂ ਆਏ। ਇੱਕ ਸਰਕਾਰ ਨੇ ਨਾਰਾ ਦਿੱਤਾ ਗਰੀਬੀ ਹਟਾਓ, 70 ਸਾਲ 'ਚ ਗਰੀਬੀ ਨਹੀਂ ਹਟੀ। ਇੱਕ ਨੇ ਕਿਹਾ ਅੱਛੇ ਦਿਨ ਆਉਣਗੇ ਤੇ ਹਲੇ ਤੱਕ ਅੱਛੇ ਦਿਨ ਨਹੀਂ ਆਏ ਹੈਗੇ। ਲੋਕ ਜੀਨਾ ਤੋਂ ਕੱਛੇ ਵਾਲੇ ਜ਼ਰੂਰ ਹੋ ਗਏ ਪਰ ਅੱਛੇ ਦਿਨ ਨਹੀਂ ਆਏ ਹੈਗੇ। ਲੋਕਾਂ ਦੇ ਕੱਪੜੇ ਤੱਕ ਵੀ ਵਿਕ ਗਏ। ਮੈਨੂੰ ਕਹਿਣ ਤੋਂ ਕੋਈ ਗਰੇਜ਼ ਨਹੀਂ ਹੈ, ਪਰ ਤੁਸੀਂ ਜੇਕਰ ਅੱਜ ਉਹਨਾਂ ਦੀ ਇਸ ਗੱਲ ਤੋਂ ਹਮਾਇਤ ਕਰ ਰਹੇ ਹੋ, ਹਾਮੀ ਭਰ ਰਹੇ ਹੋ ਕਿ ਨਹੀਂ ਬਹੁਤ ਚੰਗੇ ਦਿਨ ਆਉਣ ਵਾਲੇ ਆ, ਨਾ ਤਾਂ ਕਿਸਾਨੀ ਦੇ ਆਏ ਆ, ਨਾ ਜਵਾਨੀ ਦੇ ਆਏ ਆ, ਨਾ ਨੌਜਵਾਨੀ ਦੇ ਆਏ ਆ, ਕਿਸੇ ਦੇ ਨਹੀਂ ਆਏ। ਅੱਜ ਆਰਮੀ ਵੀ ਕਿਰਾਏ ਤੇ ਹੋਣ ਜਾ ਰਹੀ ਹੈ, ਭਾਵੇਂ ਕੋਈ ਕੱਲ ਨੂੰ ਸਾਡੇ ਤੇ ਕੋਈ ਮਰਜ਼ੀ ਕੁਛ ਇੰਪੋਜ਼ ਕਰ ਦੇਣ। ਆਈ ਡੋਂਟ ਕੇਅਰ ਫॉर दैट। ਸੋ ਤੁਹਾਡਾ ਇਹਨਾਂ ਸ਼ਬਦਾਂ ਦੇ ਨਾਲ ਅਸੀਂ ਉਸ ਗੱਲ ਦਾ ਉਹਨਾਂ ਦਾ ਹਮੇਸ਼ਾ ਵਿਰੋਧ ਕਰਦੇ ਹਾਂ। ਹੁਣ ਉਹਨਾਂ ਨੇ ਦਿੱਲੀ ਹਜੂਰ ਸਾਹਿਬ ਖੁੱਲ ਕੇ ਗੱਲ ਕਰ ਪਹਿਲਾਂ ਅਸੀਂ ਵਿਰੋਧ ਕੀਤਾ। ਹਰ ਗੱਲ ਦਾ ਜਿੱਥੇ ਕੋਈ ਸਿੱਖ ਕੌਮ ਦੀ ਗੱਲ ਹੁੰਦੀ ਅਸੀਂ ਅੱਗੇ ਹੋ ਕੇ ਉਠਾਉਣੇ ਆ ਔਰ ਹਰ ਗੱਲ ਦਾ ਉਹਦਾ ਵਿਰੋਧ ਕੀਤਾ ਜਾਂਦਾ ਜਿਹੜੀ ਸਿੱਖਾਂ ਹਿੱਤ 'ਚ ਨਾ ਹੋਵੇ ਔਰ ਅੱਗੇ ਵੀ ਕਰਦੇ ਰਹਾਂਗੇ। ਜੀ ਚੰਗੀ ਗੱਲ ਹੈ, ਬਚੇ ਰਹਾਂਗੇ, ਲੋਕ ਸੰਭਲੇ ਰਹਿਣਗੇ, ਨਹੀਂ ਤਾਂ ਜਿਹੋ ਜਿਹਾ ਕੁਝ ਹੋਇਆ ਤੇ ਉਹ ਮੰਜ਼ਰ ਉਦੋਂ ਵੀ ਭਿਆਨਕ ਹੋਏਗਾ। ਬਰਾੜ ਸਾਹਿਬ ਕੁਝ ਕਹਿ ਰਹੇ ਨੇ, ਅਖੀਰ ਦੇ ਵਿੱਚ ਉਹਨਾਂ ਦੀ ਗੱਲ ਸੁਣਦੇ ਹਾਂ। ਮੈਂ ਨਾ ਜੀ ਸਭ ਤੋਂ ਤਕੜਾ ਪਲੇਟਫਾਰਮ ਹੈ ਜਿਹੜਾ ਸਪੋਕਸਮੈਨ ਟੀਵੀ ਹੈ, ਜਿਹੜਾ ਖੁੱਲ ਕੇ ਆਜ਼ਾਦੀ ਦੀ ਗੱਲ ਕਰਦਾ। ਹੋਰ ਸਾਨੂੰ ਕਿਸੇ ਚੈਨਲਾਂ ਤੋਂ ਵੀ ਕੋਈ ਆਸ ਨਹੀਂ, ਇੱਕ ਵੱਡਾ ਪਲੇਟਫਾਰਮ। ਅਸੀਂ ਤੁਹਾਡਾ ਵੀ ਧੰਨਵਾਦ ਕਰਦੇ ਹਾਂ ਵੀਰ। ਠੀਕ ਹੈ ਜੀ, ਤੁਹਾਡਾ ਸਾਰਿਆਂ ਦਾ ਧੰਨਵਾਦ। ਸਤਿ ਸ਼੍ਰੀ ਅਕਾਲ। ਤੁਸੀਂ ਸਮਾਂ ਕੱਢਿਆ ਚਰਚਾ ਚਾਹੇ, ਮਿਹਰਬਾਨੀ, ਸ਼ੁਕਰੀਆ, ਮਸ਼ਕੂਰ ਹਾਂ ਤੁਹਾਡੇ। ਸੋ ਇੱਕ ਗੱਲ ਸਾਫ਼ ਹੈ, ਅਸੀਂ ਇਨਕਾਰੀ ਨਹੀਂ ਹੋ ਸਕਦੇ, ਮੁਨਕਰ ਨਹੀਂ ਹੋ ਸਕਦੇ, ਗੱਲਾਂ ਗੋਲ ਕਰਕੇ ਰਾਹ ਪੱਧਰੇ ਨਹੀਂ ਕੀਤੇ ਜਾ ਸਕਦੇ। ਇਹਨਾਂ ਲੋਕਾਂ ਦੇ ਵਾਸਤੇ, ਨਿਜ਼ਾਮ ਦੇ ਉਹਨਾਂ ਰਸਤਿਆਂ ਦੇ ਵਾਸਤੇ ਜਿਨ੍ਹਾਂ ਨੇ ਇਸ ਨਿਜ਼ਾਮ ਨੂੰ ਮੰਨਣਾ ਹੈ। ਗੱਲ ਉਹਨਾਂ ਲੋਕਾਂ ਦੀ, ਗੱਲ ਉਹਨਾਂ ਮਾਈਨੋਰਿਟੀਜ਼ ਦੀ, ਗੱਲ ਉਹਨਾਂ ਦਬੇ ਕੁਚਲੇ ਲੋਕਾਂ ਦੀ ਜਿਹੜੇ ਕਿ ਅੱਜ ਵੀ ਗੁਲਾਮੀ ਦੀ ਜ਼ੰਜੀਰਾਂ ਦੇ ਵਿੱਚ ਜਕੜੇ ਹੋਏ ਨੇ। ਅੱਜ ਇਸ ਚਰਚਾ ਦੇ ਵਿੱਚ ਇੰਨਾ ਹੀ, ਭਲਕੇ ਕਿਸੇ ਹੋਰ ਵਿਸ਼ੇ ਨਾਲ ਰੂਬਰੂ ਹੋਵਾਂਗੇ। ਉਦੋਂ ਤੱਕ ਨਵਜੋਤ ਸਿੰਘ ਢਾਲੀਵਾਲ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।